ਤੁਸੀਂ ਸੁਣ ਰਹੇ ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਨੋਵਲ ਸਤਵੰਤ ਕੌਰ ਦਾ 23ਵਾਂ ਕਾਂਡ। ਉਸ ਸਮੇਂ ਜਿਸ ਸਮੇਂ ਦੇ ਹਾਲ ਅਸੀਂ ਲਿਖ ਰਹੇ ਹਾਂ, ਪੰਥ ਨੇ ਆਪਣੀ ਇਸ ਜਥੇਬੰਦੀ ਦੀ ਮਰਿਆਦਾ ਗੁਰਮਤਿ ਦੇ ਆਸਰੇ ਹੀ ਸ਼ਾਨਦਾਰ ਕਾਮਯਾਬੀਆਂ ਪਾਈਆਂ ਤੇ ਥੋੜੇ ਗਰੀਬ ਤੇ ਚੁਫੇਰਿਓਂ ਦੁੱਖਾਂ ਵਿੱਚ ਘਿਰੇ ਹੋਏ ਹੋਣ ਤੇ ਵੀ ਤਬਾਹ ਹੋਣੋਂ ਬਚੇ, ਵਧੇ ਫੁੱਲੇ ਫਲੇ ਤੇ ਜਗਤ ਦੀ ਸੇਵਾ ਕਰਦੇ ਰਹੇ। ਸਾਡੀ ਕਥਾ ਦੀ ਲੜੀ ਜਿੱਥੇ ਕੁ ਪੁੱਜੀ ਹੈ, ਪੰਥ ਉਸ ਸਮੇਂ ਫੇਰ ਔਕੜਾਂ ਵਿੱਚ ਸੀ। ਅਹਿਮਦ ਸ਼ਾਹ ਦੇ ਫੇਰ ਹਮਲਾ ਕਰਨ ਦੀਆਂ ਪੱਕੀਆਂ ਖਬਰਾਂ ਮਿਲੀਆਂ ਸਨ। ਉਧਰ ਮਰਹੱਟਿਆਂ ਦਾ ਪੰਜਾਬ ਵਿੱਚ ਆ ਪਸਰਨਾ ਤੇ ਉਹਨਾਂ ਦੀਆਂ ਪੰਜਾਬ ਵਿੱਚ ਕਾਰਵਾਈਆਂ ਖਾਸ ਤਵੱਜੋ ਦੀਆਂ ਮੁਹਤਾਜ ਸਨ। ਦੋਹਾਂ ਤਾਕਤਾਂ ਦੇ ਟਕਰਾਓ ਵਿੱਚੋਂ ਪੰਥ ਨੂੰ ਸਲਾਮਤ ਰੱਖਣਾ ਸੀ ਤੇ ਉਹ ਸਾਰੇ ਬੰਦੋਬਸਤ ਕਰਨੇ ਸਨ। ਇਹਨਾਂ ਤੋਂ ਵੱਖਰੇ ਪੰਥ ਦੇ ਆਪੋ ਵਿੱਚ ਦੇ ਕਈ ਮਾਮਲੇ ਸਨ ਜਿਨ੍ਹਾਂ ਦੀ ਦਰੁਸਤੀ ਕੇਂਦਰੀ ਜਥੇਬੰਦੀ ਦੇ ਬੰਨ ਨੂੰ ਮਨਜ਼ੂਰ ਸੀ। ਇਸ ਲਈ ਗੁਰਮਤਾ ਸੱਦਿਆ ਗਿਆ। 4 ਚੁਫੇਰੇ ਤੋਂ ਦੂਲੇ ਆ ਜੁੜੇ। ਗੁਰਮਤਾ ਲੱਗ ਗਿਆ। 3 ਦਿਨ ਹੋ ਚੁੱਕੇ ਸਨ ਕਿ ਇਹ ਸਮਾਗਮ ਰੋਜ਼ ਲੱਗਦਾ ਸੀ। ਫਜ਼ੂਲ ਝਗੜੇ ਵਕਤ ਨਹੀਂ ਸਨ ਲੈ ਰਹੇ, ਪਰ ਮਾਮਲੇ ਬਹੁਤੇ ਤੇ ਨਾਜ਼ੁਕ ਸਨ। ਹਾਂ, ਅੱਜ ਗੁਰਮਤਾ ਲੱਗ ਰਿਹਾ ਸੀ। 3 ਦਿਨ ਦੀ ਰੋਜ਼ਾਨਾ ਬੈਠਕ ਵਿੱਚ ਪੰਥ ਦੇ ਇਸ ਇਕੱਠ ਨੇ ਸਾਰਾ ਕੁਝ ਨਜਿੱਠ ਲਿਆ ਸੀ। ਅੱਜ ਚੌਥਾ ਦਿਨ ਸੀ। ਨਿੱਕੇ ਨਿੱਕੇ ਮਾਮਲੇ ਤੈਅ ਹੋ ਰਹੇ ਸਨ ਕਿ ਜਿਨ੍ਹਾਂ ਵਿੱਚ ਪੰਥ ਤੋਂ ਵਿਛੜਿਆਂ ਦੀ ਸੰਭਾਲ ਹੋ ਰਹੀ ਸੀ। ਠੀਕ ਇਸ ਵੇਲੇ ਲੱਦਾ ਸਿੰਘ, ਆਗਾ ਖਾਨ, ਮਾਈ ਤੇ ਸਤਵੰਤ ਕੌਰ ਅਪੜੇ ਆਪ ਹੁਣ ਸਾਰੇ ਖਾਲਸਾਈ ਲਿਬਾਸ ਵਿੱਚ ਸਨ। ਜਦ ਇਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਸ਼੍ਰੀ ਅੰਮ੍ਰਿਤਸਰ ਦੇ ਕਿਨਾਰੇ ਆ ਕੇ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਹੋਏ, ਚੌਹਾਂ ਦੇ ਦਿਲ ਅਚਰਜ ਤੋਂ ਅਚਰਜ ਹੁੰਦੇ। ਬਿਸਮਾਤ ਦੇ ਝਲਕੇ ਵਿੱਚ ਨਿਵੇਂ ਚਾਰੇ ਸੱਚੇ ਸਿਜਦੇ ਵਿੱਚ ਪਵਿੱਤਰ ਧਰਤੀ ਤੇ ਪੈ ਗਏ। ਸਤਵੰਤ ਕੌਰ ਕਰੜੀਆਂ ਕੈਦਾਂ ਸੈਂਕੜੇ ਕੋਹਾਂ ਦੀ ਦੁਸ਼ੱਤਰ ਵਿਲਿਖਾਂ ਵਿੱਚ ਸਟੀ ਗਈ। ਸਤਵੰਤ ਨੂੰ ਕਦੇ ਆਸ ਹੋ ਸਕਦੀ ਸੀ ਕਿ ਮੁੜ ਆਪਣੇ ਪਿਆਰੇ ਹਰੀ ਜੀ ਦੇ ਮੰਦਰ ਦੇ ਦਰਸ਼ਨ ਕਰ ਸਕੇਗੀ। ਅੱਜ ਦੇਖੋ ਉਸ ਅਣਡਿੱਠ ਪਰ ਪੂਰਾ ਤੋਲਣ ਵਾਲੀ ਸ਼ਕਤੀ ਦੀ ਮਿਹਰ ਨਾਲ ਅੱਜ ਤੱਕੋ ਉਸ ਬਜ਼ੁਰਗ ਪੰਥ ਦੇ ਪਿਆਰ ਦਾ ਸਦਕਾ ਜੋ ਆਪਣੇ ਇੱਕ ਇੱਕ ਟੁਕੜੇ ਨੂੰ ਸਾਰੇ ਜਿੰਨਾ ਪਿਆਰ ਕਰਦਾ ਹੈ, ਸਤਵੰਤ ਲਈ ਅਸੰਭਵ ਸੰਭਵ ਹੋ ਗਿਆ, ਅਣਹੋਣਾ ਅੱਖਾਂ ਅੱਗੇ ਵਰਤ ਰਿਹਾ ਹੈ। ਇਸ ਦਰਸ਼ਨ ਨੇ ਅੰਦਰਲੇ ਉਮਾ, ਪਿਆਰ, ਵਿਰਾਗ, ਚਾਓ, ਸ਼ੁਕਰ ਦੇ ਭਾਵਾਂ ਨੂੰ ਉਮੜਾਓ ਦੇ ਕੇ ਕਿਸੇ ਐਸੀ ਰੰਗਨ ਵਿੱਚ ਚਾੜਿਆ ਹੈ ਕਿ ਉਸਨੇ ਰਸ ਰੂਪ ਕਰਕੇ ਕਿਸੇ ਰਸ ਸਾਗਰ ਦੀ ਪੈਰੀ ਪਾ ਦਿੱਤਾ ਹੈ। ਲੱਦਾ ਸਿੰਘ ਦੀ ਸਾਰੀ ਉਮਰ ਦੀ ਅਭਿਲਾਖਾ ਹੀ ਇਹੋ ਦਰਸ਼ਨ ਸਨ। ਇਹਨਾਂ ਦਰਸ਼ਨਾਂ ਵਿੱਚ ਸਮਾਈ ਹੀ ਹੋ ਜਾਏ, ਇਹੋ ਉਸਦੀ ਮੰਗ ਸੀ। ਪਰ ਪੰਜਾਬ ਦੇ ਕਠਿਨ ਹਾਲਾਤ ਤੇ ਪ੍ਰਦੇਸ਼ਾਂ ਵਿੱਚੋਂ ਆਪਣਾ ਕਠਿਨਾਈਆਂ ਸਨ ਜੋ ਸਦਾ ਰੋਕਦੀਆਂ ਰਹੀਆਂ, ਪਰ ਅੱਜ ਕਿਸੇ ਅਮਰੀ ਮਿਹਰ ਨੇ ਸਾਰੀਆਂ ਕੱਟ ਕੇ ਪਰੇ ਸੱਟ ਦਿੱਤੀਆਂ ਹਨ। ਤੇ ਦੇਖੋ, ਜਗਿਆਸੂ ਦਾ ਪੁਜਾਰੀ ਮਨ ਆਪਣੇ ਪੂਜੇ ਦੇ ਚਰਨਾਂ ਨੂੰ ਪ੍ਰਾਪਤ ਹੋ ਗਿਆ ਹੈ। ਹਾਂ, ਆਬਿਦ ਆਪਣੇ ਮਾਬੂਦ ਦੇ ਕਦਮਾਂ ਤੇ ਸਿਰ ਸਿੱਟ ਕੇ ਆਪਣੇ ਦਿਲ ਦੀ ਆਪਾ ਨੁਸ਼ਾਵਰ ਭੇਟਾ ਜਿਸ ਦੇ ਵਿੱਚ ਪੇਸ਼ ਕਰਕੇ ਵਿਸਮਾਦੀ ਰੰਗ ਵਿੱਚ ਬੇਸੁੱਧ ਹੋ ਰਿਹਾ ਹੈ। ਆਗਾ ਖਾਨ। ਹਾਂ ਜੀ, ਆਗਾ ਖਾਨ ਦੇ ਵਲਵਲੇ ਅਚਰਜ ਦੀ ਹੱਦ ਟੱਪ ਗਏ ਹਨ। ਇਸ ਜ਼ਮੀਨ ਉੱਤੇ ਅਸਮਾਨੀ ਸੁੰਦਰਤਾ ਦਾ ਝਾਕਾ ਉਸਨੇ ਕਾਸ ਨੂੰ ਡਿੱਠਾ ਜਾਂ ਕਦੇ ਖਿਆਲ ਵੀ ਕੀਤਾ ਸੀ। ਉਹ ਖੂਬਸੂਰਤੀ ਦਾ ਬੁੱਕਾ ਉਸਦਾ ਆਪਣਾ ਸੀ, ਪਰ ਉਸ ਤੋਂ ਖੁੱਸ ਚੁੱਕਾ ਸੀ। ਬਚਪਨ ਵਿੱਚ ਹੀ, ਹਾਂ, ਜਿਸ ਤੋਂ ਨਾ ਨਿਰਾ ਉਸਦਾ ਸਰੀਰ ਵਿਛੜਿਆ ਸੀ, ਪਰ ਜਿਸ ਤੋਂ ਉਸਦਾ ਮਨ, ਖਿਆਲ, ਸ਼ਰਧਾ, ਪਿਆਰ ਸਾਰੇ ਅਣਜਾਣੇ ਹੀ ਵਿਛੋੜ ਦਿੱਤੇ ਗਏ ਸਨ। ਤੇ ਹਾਂ, ਜਿਸ ਦੀ ਸੋਝੀ ਬਿਜਲੀ ਦੇ ਲਿਸ਼ਕਾਰੇ ਵਾਂਗੂ ਤੇ ਉਸ ਲਿਸ਼ਕਾਰੇ ਵਾਂਗੂ ਜੋ ਭਾਦੋ ਦੀ ਮੱਸਿਆ ਦੀ ਰਾਤ ਨੂੰ ਕਾਲੀ ਘਟਾ ਦੇ ਛਾਏ ਅੰਧਕਾਰ ਵਿੱਚ ਬਿਨ ਗਰਜੇ ਬਿਨ ਬੋਲੇ ਅਚਾਨਕ ਕੂੰਦ ਪਵੇ ਆ ਪਈ ਸੀ। ਹਾਂ, ਉਹ ਅਪੂਰਬ ਝਾਕਾ ਉਸ ਲਈ ਉਹ ਅਦਭੁਤ ਨਜ਼ਾਰਾ ਹੋਰ ਹੀ ਹੋਰ ਅਸਰ ਰੱਖਦਾ ਸੀ। ਦਰਸ਼ਨ ਕਰਦੇ ਸਾਰ ਉਸਦੇ ਨੈਣ ਝਮਕਣਾ ਭੁੱਲ ਗਏ, ਮੂੰਹ ਅੱਡਿਆ ਗਿਆ, ਹੱਥ ਦੋਵੇਂ ਉੱਚੇ ਹੋ ਤਲੀਆਂ ਸਿਰ ਦੀ ਸੇਧ ਮੰਦਰ ਵੱਲ ਹੋ ਗਈਆਂ ਤੇ ਕੁਛ ਪਲਾਂ ਵਿੱਚ ਹੀ ਇਉਂ ਤੱਕਦਾ ਤੱਕਦਾ ਸਤਵੰਤ ਵਾਂਗੂ ਸਿਜਦੇ ਵਿੱਚ ਢਹਿ ਪਿਆ। ਬਾਕੀ ਰਹੀ ਅੰਮਾ ਸਾਈਂ ਜੀ। ਹਾਂ ਜੀ, ਉਹ ਸਿੱਖੀ ਮੰਡਲ ਵਿੱਚ ਪਲੀ, ਸਿੱਖ ਪ੍ਰੀਤਮਾ ਨੂੰ ਪਿਆਰ ਕਰਨ ਵਾਲੀ, ਸਿੱਖੀ ਵਲਵਲਿਆਂ ਨਾਲ ਭਰਪੂਰ, ਆਪਣੀ ਪ੍ਰੀਤਮਾ ਦੀ ਆਖਰੀ ਵਸੀਹਤ ਨੂੰ ਸਿਰੇ ਚਾੜਨ ਵਿੱਚ ਵਰ੍ਹਿਆਂ ਬੱਧੀ ਜ਼ਫਰ ਜਾਲਣ ਵਾਲੀ, ਮੌਤ ਤੱਕ ਦੀਆਂ ਖਾਖਾਂ ਵਿੱਚ ਪੈ ਪੈ ਕੇ
ਨਿਕਲੀ ਪ੍ਰੇਮਣ। ਉਸ ਪਿਆਰ ਕੁੱਠੀ ਨੇ ਜਦ ਆਪਣੇ ਧਰਮ ਮੰਦਰ ਦੇ ਦਰਸ਼ਨ ਕੀਤੇ, ਨਿਰਾਸਤਾ ਤੋਂ ਪਈ ਨਿਰਾਸਤਾ ਦੇ ਮਗਰੋਂ ਜਦ ਅੱਜ ਆਸਾ ਪੂਰਨ ਸੂਰਜ ਤੱਕਿਆ ਤਾਂ ਸ਼ੁਕਰ ਤੇ ਪਿਆਰ ਨਾਲ ਘੁਲਦੀ ਘੁਲਦੀ ਉਸ ਖੂਬਸੂਰਤੀ ਦੇ ਸਮੁੰਦਰ ਦੇ ਚਰਨੀ ਢੱਠ ਕੇ ਜਾ ਪਈ, ਘੁਲ ਕੇ ਜਿਵੇਂ ਜਾ ਪਵੇ ਬਰਫ਼ ਪਾਣੀਆਂ ਵਿੱਚ। ਚਾਰੇ ਪਏ ਹਨ, ਸਿਜਦੇ ਵਿੱਚ ਪਏ ਹਨ, ਆਸਾਰ ਪਰ ਮਦਮਸਤ ਕਿਸੇ ਰੰਗ ਵਿੱਚ, ਕਿਸੇ ਅੰਦਰਲੇ ਤਿਰਖੇ ਭਾਵ ਵਿੱਚ ਡੁੱਬੇ ਹੋਏ। ਪਏ ਰਹੋ ਸੋਹਣਿਓ, ਇਸ ਅੰਦਰਲੇ ਦੇ ਭਾਵ ਵਿੱਚ ਪਏ ਰਹਿਣਾ। ਹਾਂ, ਇਸ ਜੀਵਨ ਦਾ ਇਹੋ ਲਾਹਾ ਹੈ ਜੇ, ਇਹੋ ਸਵਾਦ ਹੈ ਜੇ, ਜੋ ਹੋਰਨਾਂ ਸਵਾਦਾਂ ਦੇ ਮਗਰ ਆਪਣੇ ਭੁਲੇਵੇਂ ਪਾਪਾਂ ਲਈ ਫਿਰਦਾ ਹੈ। ਇਹ ਸਵਾਦ ਹੈ ਜੋ ਅੱਜ ਸਿੱਧਾ ਤੁਹਾਨੂੰ ਲੱਭਾ ਹੈ। ਹਾਂ, ਪਏ ਰਹੋ। ਸਮਾਂ ਲੰਘਿਆ ਤਾਂ ਆਪਣੀ ਚਾਲੇ, ਪਰ ਵਿਸਮਾਦ ਮਸਤ ਮਨਾਂ ਨੂੰ ਚਲਦਾ ਭਾਸਿਆ ਹੀ ਨਹੀਂ। ਹੁਣ ਉੱਠੇ, ਕੁਛ ਚਿਰ ਬਾਅਦ ਉੱਠੇ, ਸ਼ੁਕਰ ਵਿੱਚ ਭਰੇ ਸਰੋਵਰ ਦੇ ਕਿਨਾਰੇ ਬਹਿ ਗਏ, ਪਰ ਥੋੜ੍ਹੀ ਦੇਰ ਬਾਅਦ ਕੀ ਦੇਖਦੇ ਹਨ ਕਿ ਪਿੱਠ ਪਿੱਛੇ ਇੱਕ ਸਿੰਘ ਸੂਰਤ ਖੜੀ ਹੈ। ਸਤਵੰਤ ਨੇ ਤੱਕਿਆ, ਗਹੁ ਕੀਤੀ, ਝੱਟ ਪਛਾਣ ਲਿਆ ਕਿ ਇਹ ਜੱਬੇ ਵਾਲੇ ਸਿੰਘ ਜੀ ਹਨ ਤਾਂ ਉਹ ਬੌਰੀਆਂ ਵਾਲੇ ਦਾਤਾ ਜੀ ਹਨ। ਹਾਂ, ਉਹ ਗੁਰਮੁਖ ਹਨ ਕਿ ਜੋ ਕਾਬਲ ਵਿੱਚ ਸਤਵੰਤ ਦਾ ਪਾਰ ਉਤਾਰਾ ਕਰ ਆਏ ਸਨ, ਜੋ ਕਿ ਸਾਰੇ ਸਿੱਖ ਕੈਦੀਆਂ ਨੂੰ ਲੱਭ ਆਏ ਸਨ। ਜੋ ਸਤਵੰਤ ਤੋਂ ਕਾਬਲ ਵਿਛੜੇ ਸਨ, ਉਹਨਾਂ ਨੇ ਹਜੇ ਹੋਰ ਕੰਮ ਕਰਨੇ ਸਨ, ਪਰ ਦੇਖੋ ਉਹ ਸਾਰੇ ਕੰਮ ਕਰਕੇ ਇਹਨਾਂ ਤੋਂ ਪਹਿਲੇ ਦੇਸ਼ ਅੱਪੜੇ ਹਨ। ਪੰਥ ਵਿੱਚ ਗੁਰਮਥਾ ਲੱਗਣ ਵਾਲਾ ਸੀ ਤੇ ਉਹ ਆਪਣੇ ਉੱਚੇ ਰੂਹਾਨੀ ਜੀਵਨ ਕਰਕੇ ਡਾਢੇ ਪਿਆਰ ਨਾਲ ਪੰਥ ਵਿੱਚ ਸਨਮਾਨੇ ਜਾਂਦੇ ਸਨ। ਉਹਨਾਂ ਦਾ ਗੁਰਮਤੇ ਵਿੱਚ ਅੱਪੜਨਾ ਜ਼ਰੂਰੀ ਸੀ। ਨਾ ਡਾਕ, ਨਾ ਰੇਲ, ਨਾ ਤਾਰ, ਪਰ ਫਿਰ ਇਹਨਾਂ ਅਣਘੜ ਸਿਪਾਹੀਆਂ ਦੀ ਜਥੇਬੰਦੀ ਦਾ ਖਿਆਲ ਕਰਨਾ ਕਿ ਅਫਗਾਨਿਸਤਾਨ ਵੀ ਝੱਟ ਗੁਪਤ ਖਬਰ ਪੁੱਜ ਗਈ ਕਿ ਗੁਰਮਤਾ ਹੈ ਤੇ ਸਿੰਘ ਜੀ ਦੀ ਲੋੜ ਹੈ ਤੇ ਸਿੰਘ ਜੀ ਜਲਦੀ ਤੋਂ ਜਲਦੀ ਅੱਪੜ ਜਾਣ। ਸਿੰਘ ਜੀ ਨੇ ਸਤਵੰਤ ਨੂੰ ਅੱਡ ਲਿਜਾ ਕੇ ਰਸਤੇ ਦਾ ਸਾਰਾ ਹਾਲ ਪੁੱਛਿਆ, ਜੋ ਉਸਨੇ ਕਹਿ ਸੁਣਾਇਆ। ਹੁਣ ਸਤਵੰਤ ਕੌਰ ਤੋਂ ਸਿੰਘ ਜੀ ਨੂੰ ਪਤਾ ਲੱਗਾ ਕਿ ਇਹ ਨੌਜਵਾਨ ਸਹਿਜਧਾਰੀ ਲੱਗਦਾ ਸ਼ਤਰੂਜੀਤ ਸਿੰਘ ਦਾ ਬੇਟਾ ਹੈ ਅਰੇ ਮੁਸ਼ਕਲਾਂ ਤੇ ਅਸੰਭਵ ਹੋਣੀਆਂ ਵਿੱਚੋਂ ਬਚ ਨਿੱਤਰ ਕੇ ਫਿਰ ਆਪਣੇ ਘਰ ਆਇਆ ਹੈ ਤੇ ਸਿੱਖੀ ਖੂਨ ਦੀ ਪਵਿੱਤਰਤਾ ਦਾ ਇੱਕ ਨਮੂਨਾ ਬਣ ਕੇ ਆਇਆ ਹੈ। 16-17 ਵਰੇ ਗੈਰ ਮਤ, ਗੈਰ ਸਿੱਖਿਆ ਵਿੱਚ ਪਲ ਕੇ ਵੀ ਇਸ ਨੂੰ ਆਪਣੇ ਅਸਲੇ ਦੀ ਸੁੱਧ ਪਾਉਂਦਿਆਂ ਸਾਰ ਆਪਣੇ ਅਸਲੇ ਵੱਲ ਪਲਟਦਿਆਂ ਇੱਕ ਛਿਣ ਦੇਰ ਨਹੀਂ ਲੱਗੀ। ਇਹ ਸੋਚ ਕੇ ਉਹ ਅਡੋਲ ਨਾਮ ਰੱਤਾ ਹਿਰਦਾ ਦਰਵ ਗਿਆ, ਅੱਖਾਂ ਵਿੱਚ ਅਥਰੂ ਭਰ ਆਏ, ਨੈਣ ਉੱਚੇ ਹੋ ਗਏ। ਧੰਨ ਗੁਰੂ ਨਾਨਕ ਦੀ ਅੰਦਰ ਲੱਲ ਲੱਗ ਗਈ ਔਰ ਕੋਈ ਅੱਧੀ ਘੜੀ ਅਗੰਮ ਵਿੱਚ ਗੁੰਮ ਰਹਿ ਕੇ ਨੈਣ ਖੁੱਲੇ। ਜੀਭ ਨੇ ਫਿਰ ਕਿਹਾ, ਧੰਨ ਗੁਰੂ ਨਾਨਕ, ਕਲਗੀਆਂ ਵਾਲਾ ਦਾਤਾ, ਤੂੰ ਧੰਨ, ਤੂੰ ਧੰਨ, ਤੂੰ ਧੰਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਤੂੰ ਧੰਨ, ਤੂੰ ਧੰਨ, ਤੂੰ ਧੰਨ। ਫਿਰ ਸਤਵੰਤ ਨੇ ਆਗਾ ਖਾਨ ਨੂੰ ਇਹਨਾਂ ਦੇ ਪੇਸ਼ ਕੀਤਾ ਤੇ ਉਸਨੂੰ ਦੱਸਿਆ ਕਿ ਇਹ ਗੁਰਮੁਖ ਜੀ ਹਨ, ਦਾਤਾ ਜੀ ਹਨ, ਪੰਥ ਵਿੱਚ ਉੱਚੇ ਮੰਨੇ ਆਤਮ ਰਸੀਏ ਰਤਨ ਹਨ। ਇਹ ਜਦ ਭਾਰੀ ਔਕੜ ਪਵੇ ਤਾਂ ਆਪਣੀ ਮੌਜ ਅਨੁਸਾਰ ਆਪਾ ਵਾਰ ਕੇ ਦੁਸ਼ਾਂਤਰ ਕੰਮਾਂ ਵਿੱਚ ਆ ਨਿੱਤਰਦੇ ਹਨ ਔਰ ਕਾਮਯਾਬ ਹੁੰਦੇ ਹਨ। ਕਈ ਬੋਲੀਆਂ ਦੇ ਵਿਦਵਾਨ ਹਨ, ਰਹਿੰਦੇ ਬੇਹੰਗਮ ਬਿਰਤੀ ਵਿੱਚ ਹਨ। ਅਕਸਰ ਜਦ ਕਿਸੇ ਮੁਹਿੰਮ ਤੇ ਜਾਣ ਤਾਂ ਕੇਸ ਖੁੱਲ੍ਹੇ ਛੱਡ ਕੇ ਵਿਚਰਦੇ ਹਨ। ਜਦੋਂ ਦੂਰ ਥਾਈਂ ਮੁਸਲਮਾਨ ਧਰਤੀਆਂ ਵਿੱਚ ਕੰਮ ਕਰਦੇ ਫਿਰਦੇ ਹਨ ਤੇ ਲੋਕੀ ਇਹਨਾਂ ਦੇ ਖੁੱਲ੍ਹੇ ਲਟਕਦੇ ਘੁੰਗਰਾਲੇ ਕੇਸਾਂ ਨੂੰ ਇਹਨਾਂ ਦੇ ਚੰਦਨ ਚਿਹਰੇ ਦੇ ਉਧਾਲ ਲਪੇਟਾ ਮਾਰਦੇ ਤੱਕਦੇ ਹਨ ਤਾਂ ਇਹਨਾਂ ਨੂੰ ਬੌਰੀਆਂ ਵਾਲਾ ਬਾਬਾ ਜੀ ਕਹਿੰਦੇ ਹਨ। ਸਿੱਖਾਂ ਵਿੱਚ ਤਾਂ ਥਾਂ ਉੱਚੀ ਤੇ ਹਨ, ਪਰ ਬਲੋਚਿਸਤਾਨ, ਗਜਨੀ, ਕੰਧਾਰ, ਕਾਬਲ, ਜਲਾਲਾਬਾਦ, ਖੈਬਰ ਤੇ ਤਿਰਾਹਾਂ ਜਗ੍ਹਾ ਜਗ੍ਹਾ ਇਹਨਾਂ ਨੂੰ ਪੀਰ ਕਰਕੇ ਮੰਨਣ ਵਾਲੇ ਅਨੇਕਾਂ ਹੀ ਮੁਸਲਮਾਨ ਹਨ। ਸੁੱਖ ਹੋਵੇ ਤਾਂ ਇਹ ਆਪਣੇ ਇਕਾਂਤਵਾਸੀ ਬੰਦਗੀ ਦੇ ਰਸ ਵਿੱਚ ਮਗਨ ਰਹਿੰਦੇ ਹਨ। ਜਦੋਂ ਮੌਜ ਆ ਜਾਵੇ ਤਾਂ ਇਸ ਰੂਪ ਵਿੱਚ ਫਿਰ ਟੁਰ ਕੇ ਕਾਰਜ ਸਿਰੇ ਚਾੜ ਲੈਂਦੇ ਹਨ। ਸ਼ਤਰੂਜੀਤ ਸਿੰਘ ਜੀ ਦੇ ਪਰਿਵਾਰ ਦੀ ਭਾਲ ਵਿੱਚ ਬੜਾ ਯਤਨ ਕੀਤਾ ਸਾਨੇ, ਪਰ ਥਾਂ ਨਹੀਂ ਸੀ ਲੱਭਾ। ਤਾਂ ਵੀ ਇਹ ਕਿਹਾ ਕਰਦੇ ਸਨ ਕਿ ਸ਼ਤਰੂਜੀਤ ਸਿੰਘ ਦੇ ਪਰਿਵਾਰ ਦਾ ਕੋਈ ਬੰਦਾ ਹਜੇ ਜਿਉਂਦਾ ਅਫਗਾਨਿਸਤਾਨ ਵਿੱਚ ਹੈ। ਹੁਣ ਦੇਖੋ ਇਹਨਾਂ ਦੀ ਲਾਈ ਬੂਟੀ ਸਤਵੰਤ ਕੌਰ ਇਸ ਪੰਥਕ ਚੰਦ ਦੀ ਚੰਨ ਟੁਕੜੀ ਨੂੰ ਨਾਲ ਲੈ ਆਈ ਹੈ। ਆਪ ਹੁਣ ਚੌਹਾਂ ਨੂੰ ਨਾਲ ਲੈ ਕੇ ਗੁਰਮਤੇ ਦੇ ਦੀਵਾਨ ਵੱਲ ਆਏ। ਰਸਤੇ ਵਿੱਚ ਰੋਕ ਸੀ ਤੇ ਗੁੱਪ ਬੋਲਾ ਜਾਣ ਤੇ ਦੱਸੇ ਬਿਨਾਂ ਅੰਦਰ ਜਾਣਾ ਕਠਨ ਸੀ। ਜੋ ਗੁਰਮੁਖ ਜੀ ਨੇ ਚੌਹਾਂ ਨੂੰ ਦੱਸ ਦਿੱਤਾ ਸੀ ਕਿ ਅੱਜ ਦਾ ਬੋਲਾ
ਰਜਤਪਨ ਹੈ। ਪਹਿਰੇਦਾਰਾਂ ਨੂੰ ਜੋ ਤ੍ਰੈ ਟਿਕਾਣਿਆਂ ਤੇ ਹੋਣਗੇ ਕੰਨ ਵਿੱਚ ਰਜਤਪਨ ਕਹਿ ਦੇਣਾ ਤੇ ਮੇਰੇ ਮਗਰ ਤੁਰੀ ਆਉਣਾ। ਸੋ ਇਸੇ ਤਰ੍ਹਾਂ ਹੋਇਆ। ਪਹਿਰੇਦਾਰ ਚੌਹਾਨ ਨੂੰ ਦੇਖ ਕੇ ਡਾਢੀ ਤ੍ਰਿਖੀ ਨਿਗਾਹ ਪਾਉਂਦੇ ਸਨ ਅਰ ਕੁਛ ਸ਼ੱਕ ਕਰਦੇ ਜਾਪਦੇ ਸਨ, ਪਰ ਗੁੱਪ ਬੋਲਾ ਸੁਣ ਕੇ ਠਿਠੰਬਰ ਜਾਂਦੇ ਸੈਂ ਤੇ ਫਿਰ ਗੁਰਮੁਖ ਜੀ ਦਾ ਇਸ਼ਾਰਾ ਤੱਕ ਕੇ ਨਿਰਸੰਸੇ ਲੰਘ ਜਾਣ ਦਿੰਦੇ ਸਨ। ਜਦੋਂ ਅੰਦਰ ਦੀਵਾਨ ਵਿੱਚ ਗਏ ਤਾਂ ਗਿਆਨੀ ਕਰਬਾਰਾ ਸਿੰਘ ਜੀ ਸ਼ਬਦ ਦੀ ਕਥਾ ਸਮਾਪਤ ਕਰ ਚੁੱਕੇ ਸੈਂ। ਹੁਣ ਸਮਾਪਤੀ ਦਾ ਅਰਦਾਸਾ ਹੀ ਬਾਕੀ ਸੀ ਕਿ ਗੁਰਮੁਖ ਜੀ ਨੇ ਅਰਦਾਸਾ ਕਰਨ ਤੋਂ ਪਹਿਲਾਂ ਚਬੂਤਰੇ ਤੇ ਖੜੋ ਕੇ ਗੱਜ ਕੇ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਗਜਾਇਆ ਤੇ ਫਿਰ ਪੰਥ ਨੂੰ ਵਧਾਈਆਂ ਦਿੱਤੀਆਂ। ਖਾਲਸਾ ਜੀ, ਅੱਜ ਉਹ ਵਧਾਈ ਹੈ ਕਿ ਜਿਸ ਪਰ ਸਾਰੇ ਪੰਥ ਦਾ ਖੂਨ ਸੱਚੇ ਪ੍ਰੇਮ ਤੇ ਖੁਸ਼ੀ ਦਾ ਉਛਾਲਾ ਖਾਏਗਾ, ਤੇ ਉਹ ਮੰਗਲਾਂ ਵਾਲੀ ਗੱਲ ਇਹ ਹੈ ਕਿ ਪਿਆਰੇ ਸ਼ਤਰੂਜੀਤ ਸਿੰਘ ਦਾ ਬੇਟਾ ਲੱਭ ਪਿਆ ਹੈ ਅਤੇ ਅੱਜ ਪੰਥ ਦੇ ਚਰਨਾਂ ਵਿੱਚ ਆ ਗਿਆ ਹੈ, ਤੇ ਨਾਲ ਬੀਰਤਾ ਦੀ ਦੇਵੀ ਸਤਵੰਤ ਕੌਰ ਕੈਦਾਂ ਦੇ ਬੰਧਨ ਕੱਟ ਕਟਾ ਕੇ ਸਿੱਖੀ ਸ਼ਰਮ ਧਰਮ ਕੇਸ ਤੇ ਬੰਦਗੀ ਸਲਾਮਤ ਲੈ ਕੇ ਆ ਗਈ ਹੈ। ਇਹ ਖਬਰ ਇਸ ਤਰ੍ਹਾਂ ਦੀ ਉਛਾਲੇ ਵਾਲੀ ਪਈ ਕਿ ਮਾਨੋ ਪਿਆਰਾਂ ਦੀ ਬਿਜਲੀ ਵਿਛੋੜੇ ਦੇ ਖਲਵਾੜਿਆਂ ਤੇ ਪੈ ਕੇ ਉਸਨੂੰ ਪਵਿੱਤਰ ਅਲਾਂਬੇ ਦਾ ਨੂਰ ਲਾ ਗਈ। ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਉਸ ਗੁਪਤ ਮੰਡਲ ਦਾ ਆਕਾਸ਼ ਗੂੰਜ ਉੱਠਿਆ। ਜਦ ਚੁੱਪ ਹੋਈ ਤਾਂ ਗੁਰਮੁਖ ਜੀ ਨੇ ਸਤਵੰਤ ਕੌਰ ਨੂੰ ਆਖਿਆ ਕਿ ਆਪਣਾ ਹਾਲ ਸੁਣਾਵੇ। ਸਤਵੰਤ ਕੌਰ ਨੇ ਆਪਣੇ ਦੁਖੜੇ ਆਪਣੀ ਸਿੱਖੀ ਸੂਰਤ ਨਾਲ ਦੁਖੜਿਆਂ ਦੇ ਮੁਕਾਬਲੇ ਤੇ ਸਾਈਂ ਦੀਆਂ ਮਿਹਰਾਂ ਤੇ ਫਿਰ ਗੁਰਮੁਖ ਜੀ ਦੀ ਪਿਆਰ ਛੂਹ ਤੇ ਨਾਮਦਾਨ ਜੀ ਨਾਲ ਉੱਠਣ ਦੀ ਮਗਰਲੀ ਸਿਰ ਬੀਤੀ ਤੇ ਆਗਾ ਖਾਨ ਦੇ ਮਿਲਣ ਦੀ ਗੱਲਬਾਤ ਕਹਿ ਸੁਣਾਈ। ਅੱਜ ਦਾ ਸਮਾਗਮ ਪੰਥ ਦੇ ਜਥੇਦਾਰਾਂ, ਚੋਣਵੇਂ ਮਹਾਂਪੁਰਖਾਂ, ਵਿਦਵਾਨਾਂ, ਸੂਰਮਿਆਂ ਤੇ ਯੋਧਿਆਂ ਦਾ ਸੀ। ਚੋਣਵਿਆਂ ਦਾ ਦੀਵਾਨ ਹੀ ਗੁਰਮਤਾ ਕਹੀਦਾ ਸੀ। ਹਾਂ ਜੀ, ਉਹਨਾਂ ਸਾਰੇ ਬਹਾਦਰਾਂ ਤੇ ਸ਼੍ਰੇਸ਼ਟ ਸੱਜਣਾ ਦੇ ਦਿਲ ਸਤਵੰਤ ਦੇ ਦੁੱਖਾਂ ਔਰ ਉਸਦੀਆਂ ਬਹਾਦਰੀਆਂ ਨਾਲ ਭਰ ਆਏ। ਆਪਣੀ ਕੌਮ ਤੇ ਸਿੱਖੀ ਵਿਸ਼ਵਾਸ ਦੀਆਂ ਉੱਚੀਆਂ ਤਸਵੀਰਾਂ ਉੱਤੇ ਫਖਰ ਆ ਕੇ ਨੈਣ ਭਰ ਲਿਆਏ। ਇਸ ਵੇਲੇ ਇੱਕ ਫਖਰਾਂ ਦਾ ਸਮੁੰਦਰ ਠਾਠਾ ਮਾਰ ਰਿਹਾ ਸੀ। ਜੋਸ਼ ਦਾ ਇੱਕ ਅਚਲ ਵਲਵਲਾ ਉਤਸ਼ਾਹ ਬਣ ਕੇ ਉਮੜਦਾ ਸੀ। ਨੈਣ ਭਰਦੇ, ਡੁੱਲਦੇ ਤੇ ਚਮਕ ਉੱਠਦੇ ਸੈਂ, ਉਦਾਸੀਆਂ ਨਾਲ ਨਹੀਂ ਪਰ ਸ਼ੁਕਰਾਂ, ਫਖਰਾਂ ਤੇ ਉਮਾਹਾਂ ਨਾਲ ਕਿ ਅਸੀਂ ਕਿਸ ਅਕਲਾਂ ਤੇ ਸ਼ਕਤੀਆਂ ਦੇ ਮਾਲਕ ਤੇ ਧਨੀ ਸਾਹਿਬ ਦੇ ਰਚੇ ਹੋਏ ਖਾਲਸਾ ਹਾਂ। ਸਾਡੇ ਨਾ ਕੇਵਲ ਖਿਆਲ ਪਰ ਸਾਡੇ ਖੂਨ ਵਿੱਚ ਉਸਨੇ ਕਿਹੜੀ ਜਾਨ ਪਾਈ ਹੈ ਕਿ ਸਾਡੀਆਂ ਕੰਨਿਆਂ ਵੀ ਕਠਨ ਤੋਂ ਕਠਨ ਮੁਸ਼ਕਲਾਂ ਵਿੱਚ ਜਾ ਕੇ ਇੱਕ ਅੱਗ ਦੇ ਮਗਦੇ ਕੋਲੇ ਵਾਂਗ ਜੋ ਸਿਆਲੇ ਦੀ ਕੱਕਰੀ ਰਾਤ ਵਿੱਚ ਆਪਣਾ ਨਿੱਕੇ ਤੋਂ ਨਿੱਕਾ ਵਜੂਦ ਹੁੰਦੇ ਤੱਕ ਮਗਦਾ ਭਖਦਾ ਤੇ ਸੇਕ ਦਿੰਦਾ ਹੈ, ਹਾਰਦੀਆਂ ਨਹੀਂ। ਨਾ ਮੁਸ਼ਕਲਾਂ, ਨਾ ਡਰ, ਨਾ ਨਿਰਾਸ਼ਤਾ ਦੇ ਹਨੇਰੇ, ਨਾ ਲੋਭ ਦੇ ਭੁਲਾਵੇਂ, ਨਾ ਲਾਲਚ, ਨਾ ਫੁਸਲਾਹਟ ਕੋਈ ਸਾਡੇ ਬੱਚੇ ਬੱਚੀਆਂ ਨੂੰ ਵੀ ਆਪਣੇ ਟਿਕਾਣੇ ਤੋਂ ਹਿਲਾ ਨਹੀਂ ਸਕਦਾ। ਅਸੀਂ ਉਹਨਾਂ ਵਿੱਚੋਂ ਹੀ ਨਿਕਲੇ ਹਾਂ ਜਿਨ੍ਹਾਂ ਦੀਆਂ ਸਦੀਆਂ ਦੀਆਂ ਬੇਬਸ ਮੌਤਾਂ ਦੇ ਕਾਰਨ ਇੱਕ ਪਹਾੜ ਦਾ ਨਾਮ ਹੀ ਹਿੰਦੂ ਕੁਸ਼ ਰੱਖ ਦਿੱਤਾ ਗਿਆ ਹੈ, ਜਿੱਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਝੱਲ ਸਕਣ ਕਰਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ਹਿੰਦੂ ਕੁਸ਼ ਧਰ ਦਿੱਤਾ ਹੈ। ਵਾਹ ਓਏ ਸਾਹਿਬਾ, ਸੋਹਣੇ ਕੁੰਡਿਆਲੇ ਕੇਸਾਂ ਵਾਲੇ ਕਲਗੀਧਰਾਂ, ਧੰਨ ਤੇਰੀ ਜਿੰਦ ਤੇ ਜਿੰਦ ਪਾਣ ਦੀ ਰੱਬੀ ਤਾਕਤ। ਇਹਨਾਂ ਮਰ ਮਿਟਿਆਂ ਹਿੰਦੀਆਂ ਵਿੱਚ ਤੂੰ ਕਿਹੜੀ ਅਮਰ ਅਚੁੱਕ ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ ਤੇਰੇ ਆਪਣੇ ਬੱਚਿਆਂ ਵਾਲੀ ਬੀਰਤਾ ਦਿਖਾਲਦੇ ਹਨ। ਹਾਂ ਸੋਹਣੇ ਕੇਸਾਂ ਵਾਲਿਆ, ਤੂੰ ਹੀ ਆਪਣੇ ਜਾਏ ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ 4 ਪੁੱਤਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁੱਤਰ ਹੋਰ ਹਨ ਜੋ ਖਾਲਸਾ ਕਹੀਦੇ ਹਨ, ਤੇ ਇਹ ਮੇਰੇ ਖਾਲਸਾ ਜੀ ਦਾ ਇੱਕ ਪੁੱਤਰ ਸੋਮਾ ਹੈ। ਮੇਰਾ ਇਹ ਪੁੱਤਰ ਅਮਰ ਹੈ, ਸਦਾ ਜੀਏਗਾ। ਖਾਲਸਾ ਅਮਰ ਹੈ। ਹਾਂ ਤੂੰ ਸਾਨੂੰ ਪੁੱਤਰ ਬਣਾਇਆ ਸੀ ਤੇ ਅਮਰ ਪੁੱਤਰ ਬਣਾਇਆ ਸੀ। ਫਿਰ ਤੇਰੇ ਇਹ ਅਮਰ ਬੱਚੇ ਕੀਕਰ ਨਾ ਤੇਰੇ ਆਪਣੇ ਜਾਏ ਬੱਚਿਆਂ ਵਾਲੀ ਐਲ ਅਚੁੱਕ ਅਬੁੱਝ ਅੱਗ ਦਾ ਅਲਾਂਭਾ ਹੋਣ। ਇਸ ਤਰ੍ਹਾਂ ਭਾਵ ਸਨ ਜੋ ਮਹਾਬਲੀ ਸੂਰਿਆਂ, ਗਿਆਨੀਆਂ, ਤਿਆਗੀਆਂ ਤੇ ਕਰਨੀਆਂ ਵਾਲੇ ਮਹਾਂਪੁਰਖਾਂ ਦੇ ਅੰਦਰ ਠਾਠਾਂ ਮਾਰ ਰਹੇ ਸਨ ਕਿ ਜਦੋਂ ਸਤਵੰਤ ਆਪਣੇ ਦੁਖੜੇ, ਆਪਣੇ ਹੀਲੇ ਹਿੰਮਤਾਂ, ਆਪਣੇ ਹਾਲ ਹਵਾਲ ਦੱਸ ਰਹੀ ਸੀ, ਜਦੋਂ ਦੱਸ ਚੁੱਕੀ ਤਾਂ ਧੰਨ ਸਿੱਖੀ ਦੀ ਗੁਜ਼ਾਰ ਨਾਲ ਆਕਾਸ਼ ਗੂੰਜਿਆ। ਹੁਣ ਆਗਾ ਖਾਨ ਦੇ ਖੜੇ ਕਰਾ ਕੇ ਦਰਸ਼ਨ ਕਰਾਏ ਗਏ। ਉਹ ਪੰਜਾਬੀ ਸਮਝਣ ਤੇ ਕੁਛ ਟੂੰ ਕਰਨ ਲੱਗ ਪਿਆ ਸੀ, ਪਰ ਸਾਫ਼ ਨਹੀਂ ਬੋਲ ਸਕਦਾ ਸੀ। ਪਰ ਉਸਨੇ ਇੰਨੇ ਪਦ ਆਖ ਹੀ ਲਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸੀਸ ਗੁਰੂ ਖਾਲਸੇ ਦੀ ਭੇਟਾ ਹੋਵੇ।
ਇਸ ਇੱਕ ਫਿਕਰੇ ਤੇ ਫਿਰ ਕਲੇਜੇ ਉਛਲੇ ਅਰ ਧਨ ਕਲਗੀਆਂ ਵਾਲੇ ਦਾ ਨਕਸ਼ਾ ਅੱਖਾਂ ਅੱਗੇ ਜਾਗਦੀ ਜੋਤ ਹੋ ਲਿਸ਼ਕਿਆ। ਹੁਣ ਜਥੇਦਾਰ ਨੇ ਚਾਹਿਆ ਕਿ ਆਗਾ ਖਾਨ ਦੀ ਖਿਡਾਵੀਂ ਆਪਣੀ ਸ਼ਹੀਦ ਹੋਈ ਸਵਾਣੀ ਦਾ ਹਾਲ ਸੁਣਾਵੇ, ਸੋ ਉਸ ਪਿਆਰ ਨਸ਼ਾਵਰ ਬੀਬੀ ਨੇ ਸ਼ਤਰੂਜੀਤ ਸਿੰਘ ਦੀ ਸਿੰਘਣੀ ਆਸ ਕੌਰ ਤੇ ਬੱਚੇ ਦੇ ਕੈਦ ਪੈਣ ਤੋਂ ਲੈ ਕੇ ਸਤਵੰਤ ਜੀ ਦੇ ਮਿਲਣ ਤੱਕ ਦੇ ਸਾਰੇ ਹਾਲਾਤ ਸੁਣਾਏ। ਇਹਨਾਂ ਕਸ਼ਟ ਭਰੇ ਦੁਖੜਿਆਂ ਤੇ ਕੌਣ ਸੀ ਜੋ ਵਿਰਾਗ ਮੂਰਤ ਨਹੀਂ ਸੀ ਹੋ ਜਾਂਦਾ। ਆਸ ਕੌਰ ਦਾ ਮੌਤ ਦਾ ਜ਼ਹਿਰ ਪਿਆਲੇ ਨੂੰ ਸ਼ਹੀਦੀ ਦਾ ਸ਼ਰਬਤ ਬਣਾ ਕੇ ਪੀ ਜਾਣਾ, ਆਪਣੇ ਬੱਚੇ ਨੂੰ ਪੰਥ ਸੇਵਾ ਲਈ ਜਿਉਂਦੇ ਰੱਖ ਜਾਣਾ, ਆਸ ਕੌਰ ਦਾ ਸਿਦਕ ਕਿ ਮੇਰਾ ਬੱਚਾ ਆਪਣਾ ਜਨਮ ਸੁਣ ਕੇ ਆਪਣੇ ਅਸਲੇ ਵਿੱਚ ਜ਼ਰੂਰ ਜਾਏਗਾ ਦਾ ਪੂਰਾ ਉਤਰਨਾ ਜਿੰਦਾ ਸਬੂਤ ਸਨ ਸਿੱਖੀ ਜ਼ਿੰਦਗੀ ਦੇ, ਸਿੱਖੀ ਵਿਸ਼ਵਾਸ ਦੇ ਤੇ ਸਿੱਖੀ ਸੱਤਿਆ ਦੇ। ਇਹ ਸਾਰੇ ਭਾਵ ਇੱਕ ਉੱਚਾ ਵਿਰਾਗ ਪੈਦਾ ਕਰਦੇ ਹਨ ਜਿਸ ਵਿੱਚ ਖੂਨ ਸਰਦ ਹੋਣ ਦੀ ਥਾਂ ਲਾਲੀ ਤੇ ਉਭਾਰ ਖਾਂਦਾ ਸੀ। ਹਾਂ, ਵਿਰਾਗ ਦਾ ਝਲਕਾ ਵੱਜਦੇ ਸਾਰ ਨਾਸ਼ਮਾਨ ਜਗਤ ਦੇ ਦਿਲ ਫਰੇਬ ਨਕਸ਼ਿਆਂ ਤੋਂ ਜਿੱਤ ਉੱਠ ਕੇ ਸਾਹਿਬ ਜੀ ਦੀ ਪਿਆਰ ਮੂਰਤੀ ਦਾ ਝਲਕਾ ਲੈ ਲੈਂਦੇ ਸੀ। ਕਲੇਜੇ ਉਸਮਾਨ ਵਿੱਚ ਫਖਰ ਵਿੱਚ ਉਛਲ ਪੈਂਦੇ ਕਿ ਸਾਡੇ ਦਾਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕੀ ਪਾਰਸ਼ ਛੂਹ ਸਾਡੇ ਮਨਾਂ ਨੂੰ ਲਾਈ ਹੈ ਕਿ ਇਹ ਵਿਦੇਸ਼ਾਂ ਵਿੱਚ ਪਰਵਸ ਪੈ ਕੇ ਇੱਕ ਪਾਸੇ ਭਿਆਨਕ ਮੌਤ ਤੇ ਦੂਜੇ ਪਾਸੇ ਐਸ਼ਚਰਜ ਦੇ ਲਾਲਚਾਂ ਵਿੱਚ ਵੀ ਘਿਰੇ ਜਾ ਕੇ ਆਪਣੀ ਆਨ ਤੋਂ ਨਹੀਂ ਹਿਲਦੇ। ਮਰਨ ਵਿੱਚ ਜੀਵਨ ਸਮਝਦੇ ਹਨ ਅਰ ਗੁਲਾਮੀ ਦੇ ਜੀਵਨ ਨੂੰ ਮੌਤ ਤੋਂ ਬੁਰਾ ਸਮਝਦੇ ਹਨ। ਜਿੱਥੇ ਹਮਸਾਏ ਸਾਕ ਤੇ ਨਾਤੇਦਾਰ ਜੋ ਉਸ ਜੈਤੀ ਦਾਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਰਸ ਛੋਹ ਤੋਂ ਵਿਰਵੇ ਹਨ, ਉਨ੍ਹਾਂ ਹੀ ਧਰਤੀਆਂ ਵਿੱਚ ਉਨ੍ਹਾਂ ਹੀ ਹਾਲਤਾਂ ਵਿੱਚ ਜਾ ਕੇ 2-2 4-4 ਰੁਪਏ ਨੂੰ ਪਸ਼ੂਆਂ ਵਾਂਗੂ ਵਿਕਦੇ ਹਨ। ਉੱਥੇ ਸਾਡੇ ਬੱਚੇ, ਸਾਡੀਆਂ ਇਸਤਰੀਆਂ ਨੂੰ ਕੋਈ ਲਾਲਚ ਮੋਹ ਨਹੀਂ ਸਕਦਾ, ਕੋਈ ਡਰ ਝੁਕਾ ਨਹੀਂ ਸਕਦਾ। ਨਿਰਭੈ ਮੌਤ ਦੇ ਘਾਟ ਉਤਰਦੇ ਹਨ ਅਰ ਟੁੱਟਦੇ ਸਿਤਾਰੇ ਵਾਂਗੂ ਆਪਣੀ ਮੌਤ ਵਿੱਚ ਵੀ ਨੂਰ ਦਾ ਲਿਸ਼ਕਾਰਾ ਮਾਰਦੇ ਹਨ। ਹਾਂ, ਸਾਡੇ ਬੱਚਿਆਂ ਦੇ ਖਿਡਾਵੇਂ ਜਿਨ੍ਹਾਂ ਨੂੰ ਸਾਡੇ ਪਿਆਰ ਜੀਵਨ ਦੀ ਛੋਹ ਮਿਲੀ ਹੈ, ਉਹਨਾਂ ਵਿੱਚ ਵੀ ਹੇ ਕਲਗੀਧਰ ਤੇਰੀ ਛੂਹ ਦਰ ਛੂਹ ਐਸਾ ਬਲ ਭਰ ਦਿੰਦੀ ਹੈ ਕਿ ਐਸੀ ਕਠਨ ਦਸ਼ਾ ਵਿੱਚ ਉਹ ਅਚੁੱਕ ਰਹਿੰਦੇ ਹਨ ਅਰ ਪਿਆਰ ਦੀ ਜਗਵੇਦੀ ਉੱਤੇ ਆਪਣਾ ਸਭ ਕੁਝ ਵਾਰ ਕੇ ਆਪਣੇ ਪਿਆਰੇ ਦਾ ਕੌਲ ਪਾਲ ਦੱਸਦੇ ਹਨ। ਵਾਹ ਵਾਹ ਇੱਕ ਢੱਠੇ ਦੇਸ਼, ਇੱਕ ਗੁਲਾਮ ਦੇਸ਼ ਵਿੱਚ ਹੇ ਚਮਕਦੇ ਨੂਰ ਕਲਗੀਧਰ, ਵਾਹ ਵਾਹ ਤੈਨੂੰ, ਵਾਹ ਵਾਹ ਤੈਨੂੰ, ਵਾਹ ਵਾਹ ਤੈਨੂੰ, ਜੀਵਨ ਕਣੀ ਭਰ ਕੇ ਮੋਏ ਜਿਵਾਲ ਦੇਣ ਵਾਲੇ ਜੀ ਦਾਨ ਦੇ ਦਾਤਿਆ, ਵਾਹ ਵਾਹ ਤੈਨੂੰ। ਆਗਾ ਖਾਨ ਦੀ ਖਿਡਾਵੀਂ ਦੇ ਆਪਾ ਵਾਰ ਪਿਆਰ ਨੇ ਆਖਰ ਸੂਰਮਿਆਂ ਦੇ ਭਰ ਆਉਂਦੇ ਪਰ ਅੱਖਾਂ ਵਿੱਚ ਹੀ ਗੁੰਮ ਹੋ ਜਾਂਦੇ ਅਥਰੂ, ਪਵਿੱਤਰ ਅਥਰੂ ਪਾਵਨ ਧਰਤੀ ਉੱਤੇ ਡੇਗ ਲਏ, ਪਰ ਡੇਗ ਹੀ ਲਏ। ਆਗਾ ਖਾਨ, ਲੱਦਾ ਸਿੰਘ ਤੇ ਸਾਈਂ ਹੈਰਾਨ ਸਨ ਕਿ ਸਤਵੰਤ ਕੌਰ ਕੰਨਿਆ ਸੀ ਅਰ ਇਸ ਛਿਣ ਤੱਕ ਇਸਨੇ ਸਾਨੂੰ ਵੀ ਆਪਾ ਨਹੀਂ ਜਿਤਾਇਆ, ਕਿਸ ਬਹਾਦਰੀ ਨਾਲ ਇਸਨੇ ਆਪਾ ਲੁਕਾਈ ਰੱਖਿਆ ਹੈ ਅਰ ਕੀਕਨ ਫਿਰ ਪੂਰੇ ਪਿਆਰ ਦੇ ਭਰੋਸੇ ਨਾਲ ਨਿਭੀ ਹੈ। ਪੰਥ ਵਿੱਚ ਉਸਦੀ ਸਿੱਖੀ, ਸੁਰਤ, ਬੀਰਤਾ ਤੇ ਧਰਮ ਉੱਤੇ ਤਾਂ ਆਸ਼ਾ ਹੋਈ ਰਹੀ ਸੀ, ਪਰ ਉਸਦੀ ਦਨਾਈ ਤੇ ਅਕਲ ਉੱਤੇ ਵੀ ਬਹੁਤ ਹੀ ਸ਼ਾਬਾਸ਼ ਹੋਈ। ਸਿੱਖ ਕੰਨਿਆ ਨੂੰ ਜ਼ਾਲਮ ਕੈਦ ਕਰਕੇ ਲੈ ਗਏ, ਪਰ ਉਹ ਮੂਰਖ ਨਹੀਂ ਸਨ ਜਾਣਦੇ ਕਿ ਇਹ ਮਗਰਮੱਛ ਦਾ ਬੱਚਾ ਹੈ, ਇਹ ਨਿਹੰਗ ਦਾ ਪੂੰਗੜਾ ਹੈ, ਇਹ ਸਾਡੀ ਖੁਰਾਕ ਨਹੀਂ ਬਣੇਗਾ। ਉਹ ਮੱਛੀਆਂ ਦੇ ਜਾਲ ਵਿੱਚ ਅਡੋਲ ਹੀ ਇਸ ਨੂੰ ਲੈ ਗਏ ਸਨ। ਇਸ ਨਿਹੰਗ ਬੱਚੇ ਨੇ ਨਾ ਕੇਵਲ ਆਪਣਾ ਛੁਟਕਾਰਾ ਪਾਇਆ, ਸਗੋਂ ਆਪਣੇ 2 ਹੋਰ ਭੈਣ ਭਰਾ ਕੈਦੋਂ ਨਾਲ ਵਾਪਸ ਲਿਆਂਦੇ ਹਨ। ਹਾਂ, ਉਸ ਪਾਵਨ ਧਰਤੀ ਵਿੱਚ ਲਿਆਂਦੇ ਕਿ ਜਿੱਥੇ ਖੁੱਲ੍ਹ ਲਈ ਹਾਮ, ਦੇਸ਼, ਧਰਮ, ਖਿਆਲ ਤ੍ਰੈਆਂ ਖੁੱਲ੍ਹਾਂ ਲਈ ਮਹਾਨ ਯਤਨ ਹੋ ਰਿਹਾ ਹੈ ਸੀ। ਹਾਂ ਜੀ, ਨਾ ਕੇਵਲ ਸਿੱਖ ਕੈਦੀ ਇਹ ਕੈਦ ਪਈ ਸਿੱਖ ਕੰਨਿਆ ਸੁਤੰਤਰ ਕਰਕੇ ਨਾਲ ਲਿਆਈ ਹੈ, ਸਗੋਂ ਇੱਕ ਜਰਵਾਣਿਆਂ ਦੇ ਕਿਲੇ ਵਿੱਚੋਂ ਛੁੱਟ ਕੇ ਆਉਣ ਦੀ ਉੱਚੇ ਨਮੂਨੇ ਦੀ ਆਪਣੀ ਪਿਆਰ ਛੂਹ ਦੀ ਇੱਕ ਐਸੀ ਚਿੰਗ ਲਿਆਈ ਹੈ ਕਿ ਜਿਸਨੇ ਪੰਥ ਅਤੇ ਦੇਸ਼ ਵਿੱਚ ਲੱਗ ਕੇ ਕੋਈ ਰੰਗ ਦਿਖਾਉਣਾ ਹੈ ਤੇ ਕਈ ਅਲਾਂਭੇ ਕੁਰਬਾਨੀਆਂ ਦੇ ਬਾਲਣੇ ਹਨ। ਹਾਂ, ਆਪਣੀ ਕੈਦ ਦੀ ਧਰਤੀ ਵਿੱਚ ਵੀ ਕੋਈ ਪਿਆਰ ਦੀ ਚਿੰਕ ਲਾ ਕੇ ਆਈ ਹੈ ਜਿਸਨੇ ਕਿਸੇ ਦਿਨ ਆਪਣਾ ਰੰਗ ਦਿਖਾਉਣਾ ਹੈ। ਇਹ ਸੀ ਜ਼ਿੰਦਗੀ ਜੋ ਉਸ ਘੁੰਗਰਾਲੇ ਕੇਸਾਂ ਵਾਲੇ ਸੂਰਮੇ ਦਾਤਾ ਨੇ ਮੁਰਦਾ ਕੌਮ ਵਿੱਚ ਭਰੀ ਸੀ ਤੇ ਜਗਤ ਨੂੰ ਇੱਕ ਕਰਾਮਾਤ, ਸਦਾ ਅਟਲ ਕਰਾਮਾਤ ਕਰ ਦਿਖਾਈ ਸੀ। ਹੁਣ ਦੀਵਾਨ ਵਿੱਚ ਅੰਮ੍ਰਿਤ ਤਿਆਰ ਹੋ ਗਿਆ ਅਰ ਛਕਾਇਆ ਗਿਆ। ਇਸ ਅਤ ਖੁਸ਼ੀ ਦੇ ਨਜ਼ਾਰੇ ਨੂੰ ਪੰਥ ਨੇ ਫੇਰ ਤੇ ਪਾਉਣਾ ਪਸੰਦ ਨਹੀਂ ਕੀਤਾ। ਆਗਾ ਖਾਨ ਦਾ ਨਾਮ ਅਲਾਂਭਾ ਸਿੰਘ ਰੱਖਿਆ ਗਿਆ। ਉਸ ਦੀ ਖਿਡਾਵੀਂ ਨੇ ਜੋ ਆਪਣਾ ਧਰਮ ਪਿਆਰ ਰੱਖਦੀ ਸੀ ਤੇ ਆਪਣੇ ਪਾਲੇ ਬੱਚੇ ਦੀ ਸਕੀ ਮਾਂ ਹੋ ਚੁੱਕੀ ਸੀ, ਅੱਜ ਮਾਈ ਤੇਜ ਕੌਰ ਦਾ ਨਾਮ ਪਾਇਆ।
ਹਾਂ ਜੀ, ਜੁੱਗਾਂ ਤੱਕ ਕੌਮ ਵਿੱਚ ਚਾਨਣ ਮੁਨਾਰਾ ਬਣ ਕੇ ਰੌਸ਼ਨੀ ਦੇਣ ਵਾਲਿਆਂ ਦਾ ਨਵਾਂ ਜਨਮ ਹੋ ਗਿਆ। ਇਸ ਵੇਲੇ ਜਦ ਕਿ ਹੁਣ ਅਰਦਾਸਾ ਹੋਣ ਵਾਲਾ ਸੀ, ਇੱਕ ਪਿਆਰੇ ਨੇ ਕਿਹਾ, ਖਾਲਸਾ ਜੀ, ਕੈਸੀਆਂ ਆਦਰਯੋਗ ਕੁਰਬਾਨੀਆਂ, ਕਸ਼ਟਾਂ ਤੇ ਪਿਆਰਾਂ ਵਿੱਚੋਂ ਸਤਵੰਤ ਤੇ ਅਲਾਂਭਾ ਸਿੰਘ ਲੰਘੇ ਹਨ ਤੇ ਇਕੱਠੇ ਤੇ ਛੱਪੜੇ ਹਨ ਤੇ ਪਰਸਪਰ ਸਤਿਕਾਰ ਤੇ ਹਿੱਤ ਨਾਲ ਇੱਕ ਦੂਸਰੇ ਦੇ ਆਦਰ ਕਰਨ ਵਾਲੇ ਹੋ ਚੁੱਕੇ ਹਨ। ਚੰਗਾ ਹੋਵੇ ਕਿ ਦੋਹਾਂ ਦਾ ਵਿਆਹ ਕਰਕੇ ਇਹਨਾਂ ਨੂੰ ਅਵਿਛੜ ਕਰ ਦਿੱਤਾ ਜਾਵੇ। ਇਹ ਗੱਲ ਸੁਣ ਕੇ ਸਤਵੰਤ ਕੌਰ ਨੇ ਬੜੀ ਅਦਬ ਵਾਲੀ ਤੇ ਐਲ ਸੁਰ ਵਿੱਚ ਬੇਨਤੀ ਕੀਤੀ, ਮੇਰੇ ਗੁਰੂ ਦੇ ਰੂਪ ਵਾਲੇ ਖਾਲਸਾ ਜੀ, ਮੈਨੂੰ ਜਦ ਅਲਾਂਭਾ ਸਿੰਘ ਜੀ ਆਗਾ ਖਾਨ ਦੇ ਰੂਪ ਵਿੱਚ ਮਿਲੇ ਤੇ ਆਪੋ ਵਿੱਚ ਪਰਸਪਰ ਸਹਾਇਤਾ ਦੇ ਐਦ ਹੋਏ, ਤਦ ਤੋਂ ਅਰ ਫੇਰ ਜਦੋਂ ਉਹਨਾਂ ਦੇ ਤੇ ਮੇਰੇ ਖੂਨ ਦੇ ਇੱਕੋ ਕੌਮ ਦੇ ਹੋਣ ਦੇ ਹਾਲਾਤ ਆਪੋ ਵਿੱਚ ਖੁੱਲੇ, ਮੇਰੀ ਨਜ਼ਰੋਂ ਉਹ ਮੇਰੇ ਮਾਂ ਪਿਓ ਜਾਏ ਵੀਰ ਹੋ ਲੰਘੇ। ਆਪ ਦੇ ਚਰਨਾਂ ਕਮਲਾਂ ਵਿੱਚ ਚਪੜਦਿਆਂ ਤੱਕ ਮੇਰੇ ਅੰਦਰਲੇ ਨਾਜ਼ੁਕ ਭਾਵਾਂ ਦੇ ਪੰਘੂੜੇ ਵਿੱਚ ਉਹ ਵੀਰ ਹੋ ਕੇ ਝੂਮਦੇ ਰਹੇ ਹਨ। ਮੇਰੀ ਆਤਮਾ ਵਿੱਚ ਉਹਨਾਂ ਲਈ ਭੈਣਾਂ ਵਾਲਾ ਪਿਆਰ ਪੱਲਰ ਚੁੱਕਾ ਹੈ। ਮੈਨੂੰ ਇਸ ਉੱਚੇ ਦਰੋਂ ਤੇ ਆਪਣੇ ਚਰਨਾਂ ਦੇ ਸੁਗੰਧਿਤ ਕੇਸਰ ਵਿੱਚੋਂ ਇੱਕ ਉਸ ਸੁਗੰਧੀ ਦਾ ਦਾਨ ਕਰੋ ਕਿ ਮੇਰੀ ਉਹ ਪਵਿੱਤਰ ਆਤਮ ਲਹਿਰ, ਜਿਸ ਵਿੱਚ ਉਹ ਭਰਾ ਤੇ ਵੀਰ ਸੱਕੇ ਵੀਰ ਹੋ ਕੇ ਲਿਸ਼ਕੇ ਹਨ, ਅੰਤ ਪ੍ਰਯੰਤ ਨਿਭ ਜਾਵੇ। ਉਹ ਵੀਰ ਹੋਣ ਮਿੱਠੇ ਮਿੱਠੇ, ਮੈਂ ਭੈਣ ਹੋਵਾਂ ਅਸੀਸਾਂ ਦੇਣ ਵਾਲੀ। ਦੂਜੀ ਬਿਨੇ ਹੈ ਕਿ ਮੈਨੂੰ ਹੁਣ ਗ੍ਰਹਿਸਤ ਵਿੱਚ ਨਾ ਪਾਓ। ਗ੍ਰਹਿਸਤ ਸੋਹਣਾ ਹੈ, ਸਤਿਗੁਰ ਦਾ ਪਵਿੱਤਰ ਕੀਤਾ ਆਸ਼ਰਮ ਹੈ, ਪਰ ਹੇ ਵੀਰੋ, ਮੇਰਾ ਆਤਮਾ ਪੰਥ ਸੇਵਾ ਦੇ ਪਿਆਰ ਵਿੱਚ ਬਹੁਤ ਵੱਧ ਚੁੱਕਾ ਹੈ। ਇਸ ਖੂਨ ਵਿੱਚ ਕੋਈ ਵਧਵਾ ਵਲਵਲਾ ਪੈ ਚੁੱਕਾ ਹੈ। ਪੰਥ ਦੀਆਂ ਮੁਸ਼ਕਲਾਂ ਵਿੱਚ ਕਸ਼ਟ ਪਾਣਾ ਤੇ ਆਪਾਂ ਨਿਸ਼ਾਵਰ ਕਰਕੇ ਸ਼ਹੀਦੀ ਪਾਣ ਦਾ ਵਲਵਲਾ ਵੱਧ ਚੁੱਕਾ ਹੈ। ਮੈਨੂੰ ਪੰਥ ਦਾ ਲਾਂਗਰੀ ਬਣਾਓ, ਮੈਨੂੰ ਪੰਥ ਦੇ ਜ਼ਖਮ ਬੰਨਣ ਵਾਲਾ ਵੈਦ ਬਣਾਓ, ਮੈਨੂੰ ਭੈਣਾਂ ਭਰਾਵਾਂ ਦੀ ਖਿਡਾਵੀਂ ਬਣਾਓ, ਪਰ ਮੈਨੂੰ ਹੁਣ ਗ੍ਰਹਿਸਤ ਨਾ ਦਿਓ। ਇਹ ਭੁੱਲ ਹੈ, ਅਵੱਗਿਆ ਹੈ, ਪਰ ਮੈਂ ਕਰ ਚੁੱਕੀ ਹਾਂ ਤੇ ਤੁਹਾਡਾ ਬਿਰਧ ਹੈ ਕਿ ਅੰਦਰਲੇ ਦੇ ਧਰਮ ਵੀ ਸਿਰੇ ਚੜਾ ਦਿਓ, ਚਾਹੇ ਉਹ ਔਖੇ ਵੀ ਹੋਣ। ਅਸੀਸ ਦਿਓ ਕਿ ਮੈਂ ਜੀਵਨ ਨੂੰ ਕਲਗੀਧਰ ਦੇ ਪਿਆਰ ਵਿੱਚ, ਵਾਹਿਗੁਰੂ ਦੀ ਯਾਦ ਵਿੱਚ ਉੱਚਾ ਰੱਖ ਕੇ ਪੰਥ ਸੇਵਾ ਵਿੱਚ ਸਫਲ ਕਰ ਲਵਾਂ। ਮੈਂ ਹੁਕਮਨਾਬਰ ਨਹੀਂ, ਸੰਨਿਆਸੀ ਬਣਨਾ ਚੰਗਾ ਵੀ ਨਹੀਂ ਜਾਣਦੀ, ਪਰ ਮੇਰੇ ਚਾਉ ਨੂੰ ਉਛਲਣ ਦਿਓ, ਇਸ ਬੂੰਦ ਨੂੰ ਸਾਗਰ ਬਣ ਜਾਣ ਦਿਓ। ਵਰ ਦਿਓ ਕਿ ਇਹ ਇੱਕ ਨਿਕਾਰਾ ਨਿਮਾਣਾ ਜੀਵਨ ਉਸ ਜੀਦਾਨ ਦਾਤੇ ਕਲਗੀਧਰ ਦੇ ਆਦਰਸ਼ ਖਾਲਸਾ ਤੋਂ ਸਦਕੇ ਹੋਵੇ। ਸੋਚ ਲਓ ਕਿ ਜੇ ਇੱਕ ਕੰਨਿਆ ਨੇ ਸੇਵਾ ਸਿਰ ਚਾਹ ਲਈ ਤੇ ਬਾਲ ਬੱਚੇ ਦੀ ਮੋਹ ਮਮਤਾ ਵਿੱਚ ਨਹੀਂ ਗਈ, ਤਾਂ ਐਡੇ ਵੱਡੇ ਪੰਥ ਦਾ ਕੁਝ ਘਟ ਨਹੀਂ ਚੱਲਿਆ। ਸੋ ਮੇਰੇ ਵੱਡਿਓ, ਦਾਨ ਦਿਓ, ਦਾਤਾ ਜੀ ਤੋਂ ਲੈ ਕੇ ਦਿਓ। ਮੇਰੀ ਖਾਲਸਾ ਜੀ ਦੇ ਚਰਨਾਂ ਨਾਲ ਰਹਿ ਬਣ ਆਵੇ, ਮੇਰੀ ਖਾਲਸਾ ਜੀ ਦੇ ਚਰਨਾਂ ਨਾਲ ਨਿਭ ਜਾਵੇ। ਕੌਣ ਸੀ ਜੋ ਇਸ ਵੇਲੇ ਸਿੱਖੀ ਪਵਿੱਤਰਤਾ, ਪਾਵਨ ਪਵਿੱਤਰਤਾ, ਪੁਨੀਤ ਪਵਿੱਤਰਤਾ ਤੇ ਉਛਲਣਾ ਪਿਆ ਹੋਵੇ? ਹਾਂ ਜੀ, ਇਸ ਸਮੇਂ ਸਿੱਖਾਂ ਵਿੱਚ ਇਹ ਪਵਿੱਤਰਤਾ ਠਾਠਾ ਮਾਰਦੀ ਸੀ। ਨਾਮ ਅਭਿਆਸ ਦਾ ਇਹ ਪ੍ਰਤਾਪ ਹੈ। ਇਹ ਮੁਬਾਲਗਾ ਤੇ ਬਨਾਵਟ ਨਹੀਂ, ਵੈਰੀਆਂ ਨੇ ਸਾਖ ਭਰੀ ਹੈ। ਬਲੋਚੀ ਖਾਨ ਦੇ ਦਰਬਾਰੀ ਲੇਖਕ ਨੇ ਲਿਖਿਆ ਹੈ ਕਿ ਸਿੱਖਾਂ ਵਿੱਚ ਵਿਕਾਰ ਦ੍ਰਿਸ਼ਟੀ ਦਾ ਅਭਾਵ ਹੈ। ਇਹ ਆਚਰਨ ਦੇ ਪੂਰਨ ਪਵਿੱਤਰ ਲੋਕ ਹਨ। ਹੁਣ ਆਗਾ ਖਾਨ ਨੇ ਗੁਰਮੁਖ ਜੀ ਪਾਸ ਫਾਰਸੀ ਬੋਲੀ ਵਿੱਚ ਆਪਣਾ ਭਾਵ ਆਖਿਆ ਕਿ ਸਤਵੰਤ ਕੌਰ ਨੂੰ ਜਦ ਮੈਂ ਮਿਲਿਆ, ਅਸੀਂ ਭਰਾ ਬਣੇ ਸਾਂ। ਇਸ ਪਵਿੱਤਰਤਾ ਦੇ ਅਗਨ ਕੁੰਡ ਨਾਲ ਮੇਰਾ ਭਰਾ ਭੈਣ ਦਾ ਭਾਵ ਗੱਠ ਚੁੱਕਾ ਹੈ, ਜਦੋਂ ਕਿ ਮੈਨੂੰ ਪੱਕਾ ਪਤਾ ਨਹੀਂ ਸੀ ਕਿ ਇਹ ਭੈਣ ਹੈ। ਹੁਣ ਮੈਨੂੰ ਅੱਜ ਪਤਾ ਲੱਗਾ ਹੈ ਕਿ ਇਹ ਭਰਾ ਨਹੀਂ ਹੈ। ਸੋ ਮੈਂ ਹੁਣ ਜਾਤਾ ਹੈ, ਪਛਾਤਾ ਹੈ, ਸਹੀ ਕਰ ਪਛਾਤਾ ਹੈ ਕਿ ਭੈਣ ਹੈ, ਇਹ ਸੱਕੀ ਭੈਣ ਹੈ। ਇਹਦਾ ਤੇ ਮੇਰਾ ਪਿਆਰ ਜੋ ਹਮਸ਼ੀਰੀ ਭਾਵ ਵਿੱਚ ਸ਼ੁਰੂ ਹੋ ਕੇ ਪੱਕ ਚੁੱਕਾ ਹੈ, ਉਹ ਹਮਸ਼ੀਰੀ ਪਿਆਰ ਹੀ ਰਹੇਗਾ। ਮੇਰਾ ਕਲੇਜਾ ਮੈਨੂੰ ਉਸ ਸਿੱਖ ਵੀਰ ਦੀ ਨੇਕੀ ਨਾਲ ਆਖੀ ਗਈ ਗੱਲ ਸੁਣ ਕੇ ਪਾਪੀ ਆਖਦਾ ਹੈ, ਕਾਸ਼ ਮੇਰੇ ਕੰਨ ਵਿੱਚ ਇਹ ਗੱਲ ਕਦੇ ਨਾ ਸੁਣਦੇ, ਕਾਸ਼ ਮੇਰੇ ਕੰਨ ਇਹ ਗੱਲ ਕਦੇ ਨਾ ਸੁਣਦੇ। ਮੈਨੂੰ ਆਪ ਪੰਥ ਪਾਸੋਂ ਵਰ ਲੈ ਦਿਓ ਕਿ ਇਹ ਭੈਣ ਹੋਵੇ, ਮੈਂ ਭਰਾ ਹੋਵਾਂ। ਜਿਸ ਪਵਿੱਤਰਤਾ ਦੇ ਭਾਵ ਵਿੱਚ, ਜਿਸ ਵਾਤਸਲ ਪ੍ਰੇਮ ਵਿੱਚ ਅਸੀਂ ਮਿਲੇ ਹਾਂ, ਉਸੇ ਪ੍ਰੇਮ ਵਿੱਚ ਸਾਡੀ ਨਿਭੇ। ਦੂਸਰਾ ਦਾਨ ਲੈ ਦਿਓ ਕਿ ਮੈਨੂੰ ਸੇਵਾ ਮਿਲੇ, ਖੁਦਗਰਜੀ ਦੇ ਜੀਵਨ ਵਿੱਚ ਪੈ ਕੇ ਆਪਣੇ ਲਈ ਕੁਟੰਬ ਰਚ ਕੇ ਉਸ ਦੇ ਮੋਹ ਤੇ ਆਪਣੇ ਸਵਾਰਥ ਤੇ ਚਿੱਕੜ ਵਿੱਚ ਫਸ ਕੇ ਨਾ ਮਰਾਂ। ਸੋ ਮੈਨੂੰ ਆਗਿਆ ਲੈ ਦਿਓ ਕਿ ਮੈਂ ਕਲਗੀਆਂ ਵਾਲੇ, ਸੋਹਣੇ ਕੇਸਾਂ ਵਾਲੇ ਸਰਦਾਰਾਂ ਦੇ ਸਰਦਾਰ ਦੀ ਸੇਵਾ ਕਰਾਂ। ਹਾਂ, ਮੈਂ ਪੰਥ ਦੀ ਸੇਵਾ ਕਰਾਂ, ਜਿਸ ਸੇਵਾ ਕਰਨ ਨਾਲ ਕਿ ਦੇ ਜੋ ਅਣਮਤੀ ਅੰਨ ਖਾ ਕੇ ਪਲੀ ਹੈ ਸਫਲ ਹੋ ਜਾਵੇ। ਮੇਰਾ ਖੂਨ ਠਾਠਾ ਮਾਰਦਾ ਹੈ ਕਿ ਆਪਣੀ ਮਾਂ ਦੇ ਕਾਤਲ ਤੋਂ ਕਸਾਕ ਲਵਾਂ, ਪਰ ਭੈਣ ਮੈਨੂੰ ਸਮਝਾਉਂਦੀ ਆਈ ਹੈ ਕਿ ਪੰਥ ਸੇਵਾ ਕਰੋ,
ਪੰਥਕ ਲੋੜ ਪਈ ਤੇ ਲੜੋ, ਪਰ ਨਿਰੇ ਖੂਨ ਵਿੱਚ ਹੱਥ ਰੰਗ ਕੇ ਖੁਸ਼ ਹੋਣ ਦਾ ਖਿਆਲ ਸਿੱਖੀ ਆਦਰਸ਼ ਵਿੱਚ ਥਾਂ ਨਹੀਂ ਰੱਖਦਾ। ਦਾਨ ਲੈ ਦਿਓ ਕਿ ਮੇਰਾ ਸਰੀਰ ਸੇਵਾ ਵਿੱਚ ਸਫਲੇ। ਆਸ ਕੌਰ ਦੀ ਸਹੇਲੀ ਤੇ ਧਰਮਦਾਨ ਕਰਕੇ ਵੀ ਪਾਲਣ ਵਾਲੀ ਮਾਂ ਸਤਵੰਤ ਕੌਰ ਦੀ ਸਾਈਂ, ਜੋ ਹੁਣ ਤੇਜ ਕੌਰ ਬਣ ਚੁੱਕੀ ਸੀ, ਬੋਲੀ, ਖਾਲਸਾ ਜੀ, ਮੈਂ ਆਪ ਦੇ ਇੱਕ ਸੋਹਣੇ ਪਰਿਵਾਰ ਦੀ ਸੇਵਾ ਕੀਤੀ ਹੈ। ਮੈਂ ਆਪਣਾ ਮਜ਼ਹਬ ਵੀ ਪਿਆਰ ਤੋਂ ਸਦਕੇ ਕੀਤਾ ਹੈ। ਕੋਈ ਖੈਰ ਅੱਜ ਮੇਰੀ ਝੋਲੀ ਵੀ ਪਾਓ, ਮੇਰੀ ਘਾਲ ਨੂੰ ਸਫਲਾ ਦਿਓ। ਅਲਾਂਬਾ ਸਿੰਘ ਮੇਰੀ ਗੋਦੀ ਵਿੱਚ ਪਲ ਚੁੱਕਾ ਹੈ। ਸਤਵੰਤ ਕੌਰ ਮੇਰੇ ਨੈਣਾਂ ਦੇ ਸੀਨਿਆਂ ਨਾਲ ਲੱਗ ਚੁੱਕੀ ਹੈ। ਦੋਵੇਂ ਮੇਰੀ ਝੋਲੀ ਪਾ ਦਿਓ, ਇੱਕ ਮੇਰਾ ਪੁੱਤ ਤੇ ਦੂਈ ਮੇਰੀ ਧੀ ਹੋਵੇ। ਮੈਂ ਦੋਹਾਂ ਦੀ ਮਾਂ ਹੋਵਾਂ ਤੇ ਦੋਵੇਂ ਭੈਣ ਭਰਾ ਹੋਣ ਤੇ ਅਸੀਂ ਤਿੰਨਾਂ ਦਾ ਲਹੂ ਪੰਥ ਦੀ ਜਗਵੇਦੀ ਤੇ ਆਹੁਤੀ ਹੋਵੇ। ਅਸਾਂ ਲਈ ਹੁਣ ਸੰਸਾਰ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿਓ। ਹੁਣ ਥੋੜੀ ਜਿਹੀ ਵਿਚਾਰ ਹੋ ਕੇ ਫੈਸਲਾ ਹੋਇਆ ਕਿ ਇਹਨਾਂ ਦੀ ਇੱਛਾ ਸੰਪੂਰਨ ਹੋਵੇ। ਅਲਾਂਬਾ ਸਿੰਘ ਦਾ ਸੰਕਲਪ ਸਿਰੇ ਚੜੇ ਤੇ ਨਿਰਾ ਇੱਕ ਸਿਪਾਹੀ ਨਾ ਹੋਵੇ, ਜਥੇਦਾਰ ਬਣੇ ਤੇ ਸੇਵਾ ਕਰੇ। ਇਸ ਪਰ ਸਾਰੇ ਜਥੇਦਾਰਾਂ ਨੇ ਕਿਹਾ ਕਿ 4-4 5-5 ਸਿੰਘ ਅਸੀਂ ਦਿਆਂਗੇ, ਛੋਟਾ ਜਿਹਾ ਵਹੀਰ ਇਸ ਦੀ ਤਾਬਿਆ ਹੋ ਜਾਵੇ। ਫਿਰ ਇਹ ਆਪ ਯਤਨ ਕਰੇ ਤਾਂ ਜੋ ਅਬਦਾਲੀ ਦੇ ਆਉਂਦੇ ਤੱਕ ਇੱਕ ਜੱਥਾ ਤਕੜਾ ਨਾਲ ਲੈ ਕੇ ਅਲਾਂਬਾ ਸਿੰਘ ਜੀ ਪੰਥ ਦੇ ਦਲਾਂ ਵਿੱਚ ਰਲ ਕੇ ਸੇਵਾ ਕਰਨ। ਸਤਵੰਤ ਕੌਰ ਇਹਨਾਂ ਦੇ ਜਥੇ ਵਿੱਚ ਸੇਵਾ ਪਰ ਹੋਵੇ। ਜੋ ਉਸਦੀ ਵਾਸ਼ਨਾ ਹੈ ਲੰਗਰ ਦੀ, ਜੰਗ ਵੇਲੇ ਮੱਲਮ ਪੱਟੀ ਦੀ, ਸੋ ਕਰੇ। ਲੱਦਾ ਸਿੰਘ ਜੀ ਅਕਾਲ ਬੁੰਗੇ ਦੇ ਅਕਾਲੀ ਦਲ ਵਿੱਚ ਸ਼ਾਮਲ ਕੀਤੇ ਜਾਣ। ਮਾਈ ਤੇਜ ਕੌਰ ਸਤਵੰਤ ਕੌਰ ਦੇ ਨਾਲ ਰਹਿਣ ਲਈ ਦਿੱਤੀ ਜਾਵੇ। ਅਕਾਲੀਆਂ ਵਾਲਾ ਬਾਗ ਤਦੋਂ ਅਕਾਲ ਬੁੰਗੇ ਦੇ ਪਿਛਵਾੜੇ ਤੱਕ ਹੁੰਦਾ ਸੀ। ਜਿਸ ਤਰ੍ਹਾਂ ਦੱਖਣ ਪੂਰਬ ਦੀ ਬਾਹੀਂ ਵੱਲ ਗੁਰੂ ਕਾ ਬਾਗ ਅੱਜ ਤੱਕ ਹੈ, ਇਸ ਤਰ੍ਹਾਂ ਉੱਤਰ ਪੱਛਮ ਦੀ ਬਾਹੀਂ ਵੱਲ ਅਕਾਲੀ ਬਾਗ ਸੀ। ਮੁਨਿਆਰਾਂ ਵਾਲਾ ਬਾਗ ਬਾਜ਼ਾਰ, ਕਾਂਠੀਆਂ ਵਾਲਾ ਬਾਜ਼ਾਰ, ਮਾਈ ਸੇਵਾ ਦਾ ਕੁਝ ਹਿੱਸਾ, ਪਾਪੜਾਂ ਵਾਲਾ ਬਾਜ਼ਾਰ, ਕੁਝ ਹਿੱਸਾ ਮੋਹਰ ਸਿੰਘ ਦੇ ਕਟੜੇ ਦਾ ਬਾਗ ਵਿੱਚ ਹੁੰਦੇ ਸਨ। ਸਹਿਜੇ ਸਹਿਜੇ ਵਸੋਂ ਵਧੀ ਤਾਂ ਇਹ ਬਾਗ ਵੀ ਵਸੋਂ ਵਿੱਚ ਦਿੱਤਾ ਗਿਆ। ਇਸ ਦਾ ਚੋਖਾ ਸਾਰਾ ਹਿੱਸਾ ਹਜੇ ਪਾਪੜਾਂ ਵਾਲੇ ਬਾਜ਼ਾਰ ਦੇ ਪਿਛਵਾੜੇ ਹੈ, ਜੋ ਹੁਣ ਤੱਕ ਅਕਾਲੀਆਂ ਵਾਲਾ ਬਾਗ ਸਦਾਉਂਦਾ ਹੈ ਅਤੇ ਹੁਣ ਸੋਹਣੇ ਬਗੀਚੇ ਦੀ ਸ਼ਕਲ ਰੱਖਦਾ ਹੈ। ਇਸ ਬਾਗ ਵਿੱਚ ਅਕਸਰ ਸਿੰਘਾਂ ਦੇ ਉਤਾਰੇ ਹੋਇਆ ਕਰਦੇ ਸਨ। ਇਹ ਕਦੇ ਵਿਰਾਨ ਜੰਗਲ ਬਣ ਜਾਂਦਾ ਸੀ ਤੇ ਕਦੇ ਫੇਰ ਤਰੀਕੇ ਵਾਲਾ ਬਾਗ। ਇਹੋ ਕੁਝ ਹੁੰਦਾ ਰਿਹਾ ਹੈ। ਅਲਾਂਬਾ ਸਿੰਘ ਨੂੰ ਜਥੇਦਾਰਾਂ ਨੇ ਉਸ ਦਿਨ 10-12 ਸਿੰਘ ਤੇ ਕੁਝ ਗੱਫੇ ਦੇ ਦਿੱਤੇ ਸਨ ਕਿ ਆਪਣੇ ਜਥੇ ਦਾ ਕੰਮ ਆਰੰਭ ਹੋਵੇ। ਇਸ ਦਾ ਪਹਿਲਾ ਡੇਰਾ ਅਕਾਲੀਆਂ ਵਾਲੇ ਬਾਗ ਪਿਆ। ਅਲਾਂਬਾ ਸਿੰਘ ਸਾਰੀ ਕਾਰਵਾਈ ਸਮਝਦਾ ਰਿਹਾ ਔਰ ਦਮ ਬਦਮ ਸ਼ੁਕਰ ਕਰਦਾ ਸੀ ਕਿ ਕਿਸ ਭਿਆਨਕ ਜੀਵਨ ਤੋਂ ਨਿਕਲ ਕੇ ਉਹ ਪਿਆਰ ਭਰੇ ਬਹਾਦਰੀ ਦੇ ਜੀਵਨ ਵਿੱਚ ਆਇਆ ਹੈ। ਰਾਤ ਨੂੰ ਰਹਿ ਰਾਸ ਦੇ ਦੀਵਾਨ ਮੰਗਰੋਂ ਪ੍ਰਸ਼ਾਦ ਛਕ ਕੇ ਅਲਾਂਬਾ ਸਿੰਘ ਨੇ ਸਤਵੰਤ ਕੌਰ ਨੂੰ ਪੁੱਛਿਆ ਕਿ ਅਰਦਾਸੇ ਦਾ ਸਾਰਾ ਭਾਵ ਮੈਨੂੰ ਸਮਝੇ ਨਹੀਂ ਪਿਆ, ਉਹ ਖੋਲੋ। ਸਤਵੰਤ ਨੇ ਸਾਰਾ ਖੋਲ ਸੁਣਾਇਆ। ਜਦੋਂ ਅਲਾਂਬਾ ਸਿੰਘ ਨੂੰ ਇਸ ਤੁਕ ਦਾ ਭਾਵ ਖੁੱਲ ਕੇ ਫਿਰ ਸਮਝ ਪਿਆ, ਸਿੱਖਾਂ ਦੇ ਕੌਮੀ ਪਿਆਰ ਦੇ ਸਦਕੇ ਹੋ ਗਿਆ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਸਤਵੰਤ ਕੌਰ ਨੇ ਦੱਸਿਆ ਕਿ ਇਹ ਅਰਦਾਸਾਂ ਉਹਨਾਂ ਲਈ ਕਰਦੇ ਹਨ ਕਿ ਜੋ ਸਾਡੇ ਵੀਰ ਕਿਸੇ ਔਕੜ ਵਿੱਚ ਹਨ ਤੇ ਪੰਥ ਨੂੰ ਖਬਰ ਨਹੀਂ, ਜਾਂ ਕੋਈ ਐਸੀ ਥਾਵੇਂ ਮੁਸ਼ਕਲ ਵਿੱਚ ਹੈ ਕਿ ਦੂਸਰੇ ਭਰਾ ਸਰੀਰ ਨਾਲ ਅੱਪੜ ਨਹੀਂ ਸਕਦੇ। ਕੋਈ ਜਰਵਾਣੇ ਨਾਲ ਇਕੱਲਾ ਲੜ ਰਿਹਾ ਹੈ, ਕੋਈ ਕਿਸੇ ਮੁਸੀਬਤ ਵਿੱਚ ਹੈ, ਕੋਈ ਕੈਦ ਪੈ ਗਿਆ ਹੈ, ਕੋਈ ਮੁਸ਼ਕਾਂ ਬੱਝੀ ਕੇ ਪਰਦੇਸੀ ਅੱਪੜ ਗਿਆ ਹੈ, ਕੋਈ ਦੁਖੀ ਹੈ, ਬਿਮਾਰ ਹੈ। ਐਸਿਆਂ ਲਈ ਦੋਨੇ ਵੇਲੇ ਪੰਥ ਵਿੱਚ, ਹਰ ਪੰਥਕ ਇਕੱਠ ਵਿੱਚ, ਹਰ ਇੱਕ ਸਿੱਖ ਦੇ ਯੱਕਾ ਅਰਦਾਸੇ ਵਿੱਚ ਅਕਾਲ ਪੁਰਖ ਅੱਗੇ ਬੇਨਤੀ ਹੁੰਦੀ ਹੈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਜੋ ਵਾਹਿਗੁਰੂ ਉਹਨਾਂ ਦਾ ਹਰ ਥਾਂ ਹਰ ਹਾਲ ਸਹਾਈ ਹੋਵੇ। ਸਰੀਰ ਨਾਲ ਸਹਾਇਤਾ ਲਈ ਯਤਨ ਹੁੰਦਾ ਰਹਿੰਦਾ ਹੈ, ਪਰ ਫਿਰ ਵੀ ਨਾਲ ਨਾਲ ਅਰਦਾਸਾ ਜਾਰੀ ਰਹਿੰਦਾ ਹੈ। ਦੇਖੋ ਤੁਹਾਡੇ ਲਈ ਕਿਤਨੇ ਵਰੇ ਭਾਲ ਜਾਰੀ ਰਹੀ ਹੈ। ਮੇਰੇ ਲਈ ਗੁਰਮੁਖ ਕਾਬਲ ਗਏ, ਪਰ ਸਭਨਾਂ ਲਈ ਯਤਨ ਦੇ ਨਾਲ ਅਰਦਾਸ ਜਾਰੀ ਰਹੀ। ਇਹ ਅਰਦਾਸ ਮੁਸ਼ਕਲਾਂ ਵਿੱਚ ਪਿਆਰ ਦੇ ਦਿਲਾਂ ਦੀ ਢਾਰਸ ਹੈ। ਇਹ ਗੁਪਤ ਤੇ ਮਹੀਨ ਤਾਕਤ ਵਾਹਿਗੁਰੂ ਦੇ ਤਖਤ ਨੂੰ ਛੋਹ ਕੇ ਉਥੋਂ ਉਸਦੀ ਸੱਤਿਆ ਲੈ ਕੇ ਬੇਵਸੀ ਵਿੱਚ ਪਏ ਸਿੱਖਾਂ ਦੇ ਦਿਲਾਂ ਵਿੱਚ ਤਾਕਤ ਭਰਦੀ ਤੇ ਉਹਨਾਂ ਤੇ ਪਈਆਂ ਮੁਸ਼ਕਲਾਂ ਨੂੰ ਆਸਾਨ ਕਰਦੀ ਤੇ ਥਾਂ ਥਾਂ ਸਹਾਈ ਹੁੰਦੀ ਹੈ। ਆਹ, ਇਹ ਅਰਥ ਸੁਣ ਕੇ ਅਲਾਂਬਾ ਸਿੰਘ ਦੇ ਖੂਨ ਵਿੱਚ ਆਪਣੀ ਕੌਮ ਦੇ ਕੌਮੀ ਪਿਆਰ ਦੀ ਦਿਲਗੀਰ ਝਰਨਾਟ ਛਿੜੀ ਕਿ ਇਹ ਕੌਮ ਹੈ ਕਿ ਪਰਿਵਾਰ ਹੈ। ਪਰਿਵਾਰ ਹੈ ਕਿ ਇੱਕ ਸੱਕੇ ਅਵਿਛੜ ਭਰਾਵਾਂ ਦਾ ਕੁਟੰਬ ਹੈ। ਕੁਟੰਬ ਹੈ ਕਿ ਸਰੀਰ ਹੈ ਜਿਸ ਦੇ ਸਾਰੇ ਹਿੱਸੇ ਇੱਕ ਦੂਸਰੇ ਦੇ ਅੰਗ ਹਨ। ਗੁਰੂ ਮਿਹਰ ਕਰੇ ਪਰਿਵਾਰ ਪਿਆਰ ਕਦੇ ਨਾ ਟੁੱਟੇ, ਇਸ ਵੀਰ ਸੰਗਠਨ ਵਿੱਚ ਕਦੇ ਵਿਰਲ ਨਾ ਪਵੇ, ਇਹ ਅੰਗ ਅੰਗੀ ਮੇਲ ਵਿੱਚ ਕਦੇ ਵਿੱਥ ਨਾ ਪਵੇ। ਅਲਾਂਬਾ ਸਿੰਘ ਜੀ ਨੂੰ ਜੋ
ਸਿੰਘ ਜਥੇਦਾਰਾਂ ਨੇ ਆਪਣੇ ਪਾਸੋਂ ਇਸ ਵੇਲੇ ਸਿਪਾਹੀ ਦਿੱਤੇ, ਉਹ ਰਲ ਕੇ 25 ਹੋ ਗਏ। ਸੋ ਪਰਦੇਸੋਂ ਆਉਂਦੇ ਸਾਰ ਸਿੰਘ ਸਜਦੇ ਸਾਰ 25 ਸਿੰਘਾਂ ਦੇ ਜਥੇ ਦਾ ਜਥੇਦਾਰ ਹੋ ਗਿਆ। ਹੁਕਮ ਹੋਇਆ ਕਿ ਆਪਣੇ ਪਿਤਾ ਵਾਂਗੂ ਨਾਮਨੇ ਦਾ ਸਿੰਘ ਬਣੋ, ਜੱਥਾ ਬਣਾਓ ਅਰ ਪੰਥ ਦੀ ਸੇਵਾ ਤੇ ਦੇਸ਼ ਛੁਟਕਾਰੇ ਵਿੱਚ ਬਲਵਾਨ ਸ਼ੇਰ ਹੋ ਕੇ ਗੱਜੋ। ਇੱਕ ਕੌਮ ਦਾ ਜੋ ਨਿੱਕੀ ਜਿਹੀ ਹੈ ਤੇ ਸਾਰੀ ਯੋਧਾ ਹੈ, ਉਸ ਦਾ ਉੱਚੇ ਤੋਂ ਉੱਚਾ ਪਿਆਰ ਆਪਣੇ ਵਿਛੜ ਕੇ ਆ ਮਿਲੇ ਬੱਚੇ ਨਾਲ ਇਹੋ ਹੀ ਹੋ ਸਕਦਾ ਸੀ। ਅਲਾਂਬਾ ਸਿੰਘ ਹਜੇ ਬੱਚਾ ਹੈ, ਪਰ ਪੰਥ ਨੇ ਆਪਣੇ ਅਮਿੱਤ ਪਿਆਰ ਨਾਲ ਉਸ ਨੂੰ ਜਥੇਦਾਰ ਥਾਪ ਦਿੱਤਾ ਹੈ। 2-4 ਦਿਨ ਅਕਾਲੀਆਂ ਵਾਲੇ ਬਾਗ ਟਿਕੇ ਰਹੇ। ਜੋ ਗੱਫਾ ਪੰਥ ਵੱਲੋਂ ਮਿਲਿਆ ਸੀ ਉਸ ਨਾਲ ਆਪਣੇ ਜਥੇ ਦਾ ਸਮਾਨ ਸਾਰਾ ਕਰ ਲਿਆ। ਸਤਵੰਤ ਤੇ ਸਾਈਂ ਜੀ ਜਥੇ ਵਿੱਚ ਸੇਵਾ ਦੇ ਕੰਮ ਲਈ ਨਾਲ ਰਹੇ। ਇਹਨਾਂ ਦਿਨਾਂ ਵਿੱਚ ਅਲਾਂਬਾ ਸਿੰਘ ਨੇ ਆਪਣੇ ਆਪ ਨੂੰ ਪੰਥ ਦੇ ਹੁਣ ਦੇ ਹਾਲਾਤ, ਦੇਸ਼ ਦੇ ਅਤੇ ਪਤੇ ਵਰਤ ਰਹੀ ਰਾਜਸੀ ਹਾਲਾਤ ਦੇ ਥੋਹ ਸਾਰੇ ਲਾ ਲਏ। ਪੰਥ ਨੇ ਇੱਕ ਗਜਰਾਜ ਸਿੰਘ ਨਾਮੇ ਪੁਰਾਤਨ ਸਿੰਘ ਨੈਬ ਜਥੇਦਾਰ ਨਾਲ ਦਿੱਤਾ ਸੀ, ਜੋ ਬੜਾ ਪੁਰਾਣਾ ਸਿੰਘ, ਹੇਠੀਆਂ ਜੇਠੀਆਂ ਦੇਖ ਚੁੱਕਾ ਤੇ ਤਜਰਬੇਕਾਰ ਸੀ, ਬੜਾ ਖਰਾ ਆਦਮੀ ਤੇ ਸਾਈਂ ਦੇ ਪਿਆਰ ਵਾਲਾ ਸੀ। ਹੁਣ ਭੈਣ ਭਰਾ ਦੇ ਕੂਚ ਦੀ ਤਿਆਰੀ ਹੋਈ। ਭਰਾ ਕਹੇ ਪਹਿਲਾਂ ਤੁਹਾਡੇ ਪੇਕੇ ਪਿੰਡ ਚੱਲੀਏ, ਤੁਹਾਡੇ ਮਾਪਿਆਂ ਨੂੰ ਠੰਡ ਪਾਈਏ, ਤੇ ਸਤਵੰਤੀ ਭੈਣ ਕਹੇ ਪਹਿਲਾਂ ਤੁਹਾਡੀ ਭੈਣ ਪਾਸ ਚੱਲੀਏ ਤੇ ਉਹਨਾਂ ਨੂੰ ਨਵਾਂ ਜੀਓ ਪਿਆ ਭਰਾ ਮਿਲਾ ਕੇ ਠੰਡ ਪਾਈਏ। ਅਲਾਂਬਾ ਸਿੰਘ ਨੇ ਕਿਹਾ ਕਿ ਮੇਰੀ ਭੈਣ ਨਿਰਾਸ਼ ਹੋ ਚੁੱਕੀ ਹੈ ਤੇ ਪੇਕੇ ਪਰਿਵਾਰ ਦੀ ਮੌਤ ਦਾ ਕੌੜਾ ਘੁੱਟ ਭਰ ਚੁੱਕੀ ਹੈ। ਉਸਨੂੰ ਕੁਛ ਦਿਨ ਪਿੱਛੋਂ ਮਿਲ ਪੈਣਾ ਮਾੜਾ ਨਹੀਂ। ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਮਿਲਣ ਦੀ ਆਸ ਹੈ। ਪੰਥ ਵੱਲੋਂ ਜੋ ਢੂੰਡ ਹੁੰਦੀ ਹੈ ਉਸ ਦੇ ਉਹ ਜਾਣੂ ਹਨ। ਆਸ ਵਿੱਚ ਵਿਛੋੜੇ ਦੀ ਪੀੜ ਲਗਾਤਾਰ ਚੁਭਦੀ ਹੈ ਤੇ ਸਬਰ ਨੂੰ ਅੰਦਰ ਨਹੀਂ ਵੜਨ ਦਿੰਦੀ। ਸੋ ਪਹਿਲੇ ਉਹਨਾਂ ਦੀਆਂ ਆਂਦਰਾਂ ਨੂੰ ਠੰਡ ਪਾਈਏ। ਸਤਵੰਤ ਕਹੇ ਕਿ ਮੇਰੇ ਮਾਤਾ ਪਿਤਾ ਨੂੰ ਜੋ ਆਸ ਹੈ ਉਹ ਹੋਰ ਦਿਨ ਲੰਘਵਾ ਸਕਦੀ ਹੈ। ਜਿੱਥੇ ਇਤਨਾ ਸਮਾਂ ਲੰਘਿਆ ਹੈ ਹੋਰ ਥੋੜਾ ਸਹੀ। ਦੂਜੇ ਮੇਰੇ ਦੇਸ਼ ਆ ਪਹੁੰਚਣ ਦੀ ਖਬਰ ਜੋ ਹੁਣ ਜਥੇਦਾਰਾਂ ਨੂੰ ਹੋਈ ਹੈ, ਨੇੜੇ ਦਾ ਜਥੇਦਾਰ ਛੇਤੀ ਤੋਂ ਛੇਤੀ ਵਾਪਸ ਜਾ ਕੇ ਮੇਰੇ ਮਾਪਿਆਂ ਨੂੰ ਦੇਵੇਗਾ ਔਰ ਉਹਨਾਂ ਨੂੰ ਮੇਰੇ ਮਿਲਣ ਦੀ ਉਤਕੰਠਾ ਤਾਂ ਤ੍ਰਿਖੀ ਹੋ ਜਾਏਗੀ। ਪਰ ਮੈਂ ਕੈਦ ਵਿੱਚ ਹਾਂ, ਦੁੱਖਾਂ ਵਿੱਚ ਹਾਂ। ਇਹ ਡੂੰਘੀ ਪੀੜ ਦਾ ਘਾਉ ਵੱਲ ਹੋ ਜਾਏਗਾ। ਆਪਦੀ ਭੈਣ ਨੂੰ ਤੁਹਾਡੇ ਮਿਲਣ ਨਾਲ ਇੱਕ ਤਰ੍ਹਾਂ ਦਾ ਨਵਾਂ ਜੀਵਨ ਮਾਨੋ ਮਿਲੇਗਾ, ਜਿਵੇਂ ਕਿ ਤੁਹਾਨੂੰ ਨਵਾਂ ਜੀਵਨ ਮਿਲਿਆ ਹੈ। ਇਸ ਤਰ੍ਹਾਂ ਦੇ ਪਿਆਰ ਵਿੱਚ ਇੱਕ ਦੂਜੇ ਨੂੰ ਸੁੱਖ ਦੇਣ ਦੀ ਵਿਚਾਰ ਕਰਦੇ ਛੇਕੜ ਸਾਈਂ ਤੇ ਫੈਸਲਾ ਰੱਖਿਆ। ਉਸਨੇ ਪਹਿਲੇ ਭੈਣ ਨੂੰ ਮਿਲਣ ਦਾ ਫੈਸਲਾ ਦੇ ਦਿੱਤਾ ਤੇ ਛੇਤੀ ਤੋਂ ਛੇਤੀ ਜਦੋਂ ਕਿ ਤਿਆਰੀ ਸਿਰੇ ਚੜ ਸਕੀ, ਝਾੜ ਕੇ ਇਹ ਜੱਥਾ ਬਟਾਲੇ ਨੂੰ ਤੁਰ ਪਿਆ। ਅਲਾਂਬਾ ਸਿੰਘ ਦਾ ਜੀ ਕਰਦਾ ਸੀ ਕਿ ਕਿਵੇਂ ਮੈਂ ਆਪਣੇ ਜੱਥੇ ਨੂੰ ਘੋੜ ਸਵਾਰਾਂ ਦਾ ਜੱਥਾ ਛੇਤੀ ਬਣਾਵਾਂ, ਪਰ 25 ਘੋੜੇ ਹਜੇ ਕਠਿਨ ਗੱਲ ਸੀ। ਜਥੇ ਵਿੱਚ ਹਜੇ 5 ਘੋੜੇ ਸਨ। ਇੱਕ ਜਥੇਦਾਰ, ਇੱਕ ਨੈਬ ਜਥੇਦਾਰ, ਇੱਕ ਸਾਈਂ, ਇੱਕ ਸਤਵੰਤ ਕੌਰ ਤੇ ਇੱਕ ਹਰੌਲ ਕੋਲ 2-3 ਖੱਚਰਾਂ ਵੀ ਸਨ ਅਸਬਾਬ ਲਈ। ਚਾਹੇ ਸਿੱਖ ਸਿਪਾਹੀ ਆਪਣਾ ਸਾਰਾ ਲਟਾਪਟਾ ਮੋਢੇ ਰੱਖਦੇ ਸੈਂ, ਪਰ ਜਰਾ ਅਮਨ ਵਾਸਤੇ ਕੁਝ ਸਮਾਨ ਵਧੇਰੇ ਕਰ ਲੈਂਦੇ ਸੈਂ। ਲੰਗਰ ਆਦਿ ਦਾ ਸਮਾਨ ਹੋ ਕੇ ਕੁਛ ਨਿੱਕੀ ਜਿਹੀ ਰਸਦ ਦੀ ਭਾਰ ਬਰਾਦਰੀ ਵੀ ਹੋ ਜਾਂਦੀ ਸੀ। ਜੱਥਾ ਅੰਮ੍ਰਿਤਸਰੋਂ ਇੱਕ ਦਿਨ ਨੂਰ ਦੇ ਤੜਕੇ ਬਟਾਲੇ ਨੂੰ ਤੁਰ ਪਿਆ। ਬਟਾਲੇ ਪੁੱਜ ਕੇ ਦੂਰ ਬਾਹਰ, ਜਿੱਥੇ ਮਗਰੋਂ ਮਹਾਰਾਜਾ ਸ਼ੇਰ ਸਿੰਘ ਜੀ ਨੇ ਬਰਾਦਰੀ ਬਣਵਾਈ, ਡੇਰਾ ਕੀਤਾ। ਤੇਜ ਕੌਰ ਜੀ ਇੱਕ ਹਿੰਦੂ ਸੁਆਣੀ ਦੇ ਭੇਸ ਵਿੱਚ ਹੋ ਗਈ ਅਤੇ ਇੱਕ ਸਿੱਖ ਦੀ ਅਗਵਾਈ ਵਿੱਚ ਜੋ ਵਿੱਥ ਤੇ ਟੁਰਦਾ ਸੀ ਸ਼ਹਿਰ ਗਈ। ਉਸ ਮਹੱਲੇ ਗਈ ਜਿੱਥੇ ਭੰਡਾਰੀ ਰਹਿੰਦੇ ਸਨ, ਜਾਂ ਉਸਨੇ ਗਲੀ ਵਿੱਚ ਥੋਹ ਪਤੇ ਕੱਢੇ ਤਾਂ ਥੋਹ ਮਿਲੀ ਕਿ ਸ਼ਤਰੂਜੀਤ ਸਿੰਘ ਦੀ ਕਾਕੀ ਆਪਣੇ ਘਰ ਵਾਲੇ ਦੇ ਨਾਲ ਇੱਥੋਂ ਟੁਰ ਚੁੱਕੀ ਹੈ ਅਤੇ 100 ਵਿਧਵਾ ਉਹ ਦੋਵੇਂ ਸ਼ਾਹਪੁਰ ਜਾ ਵਸੇ ਹਨ ਜਾਂ ਬਸੋਹਲੀ ਜਾ ਰਹੇ ਹਨ। ਇਹ ਠੀਕ ਪਤਾ ਸ਼ਾਹਪੁਰ ਤੋਂ ਚੱਲੇਗਾ। ਇਹ ਖਬਰ ਪਾ ਕੇ ਜੱਥਾ ਹੁਣ ਸ਼ਾਹਪੁਰ ਨੂੰ ਹੋ ਟੁਰਿਆ। ਸ਼ਾਹਪੁਰ ਇੱਕ ਉੱਚੇ ਰੀੜੀਏ ਤੇ ਬੜਾ ਸੁਥਰਾ ਪਿੰਡ ਹੈ। ਇਸ ਦੇ ਲਾਗੇ ਰਾਵੀ ਪਹਾੜਾਂ ਦੀਆਂ ਵਿਲੱਖਾਂ ਝਾਂਕ ਕੇ ਖੁੱਲੇ ਦੇਸ਼ ਪੈਰ ਪਾਉਣ ਦੀ ਪਹਿਲ ਕਦਮੀ ਕਰਦਾ ਹੈ। ਸ਼ਾਹਪੁਰ ਰਾਵੀ ਦੇ ਪਾਣੀਆਂ ਤੋਂ ਕੋਈ ਦਰੋਤਰੇ 100 ਫੁੱਟ ਉੱਚਾ ਹੈ ਤੇ ਰਾਵੀ ਦੇ ਪਾਣੀਆਂ ਤੱਕ ਅੱਪੜ ਲਈ ਪਿੰਡ ਤੋਂ ਰਾਵੀ ਤੱਕ ਇੱਕ ਗਊ ਘਾਟ ਰਸਤਾ ਹੈ। ਇਸ ਰਾਹੀਂ ਉੱਤਰ ਕੇ ਠੰਡੇ ਠੰਡੇ ਪਾਣੀ ਵਹਿ ਰਹੇ ਸਨ ਤੇ ਇੱਥੇ ਪਾਣੀਆਂ ਦੇ ਕਿਨਾਰੇ ਛੋਟਾ ਜਿਹਾ ਨਿੱਕਾ ਜਿਹਾ ਮੈਦਾਨ ਵੀ ਹੈ, ਜਿੱਥੇ ਬੈਠ ਕੇ ਵਗਦੇ ਪਾਣੀਆਂ ਦੇ ਦਰਸ਼ਨ ਦਾ ਆਨੰਦ ਲੈ ਸਕੀਦਾ ਹੈ। ਇਹ ਟਿਕਾਣਾ ਦੇਖਣ ਨੂੰ ਬੜਾ ਰਮਣੀਕ ਹੈ। ਇਸ ਥਾਵੇਂ ਉੱਪਰ ਵਾਰ ਐਨ ਰਾਵੀ ਦੇ ਕਿਨਾਰੇ, ਅਰਥਾਤ ਇਧਰੋਂ ਗਿਆ ਉਰਾਰਲੇ ਪਾਸੇ ਵੱਲ ਪਾਣੀਆਂ ਤੋਂ ਸਿੱਧਾ ਉੱਪਰ ਨੂੰ ਉੱਚੇ ਕਿਨਾਰੇ ਕਦੇ ਇੱਕ ਕਿਲਾ ਸੀ ਜੋ ਢਹਿ ਚੁੱਕਾ ਹੈ। ਇਸ ਦਾ ਇੱਕ ਬੁਰਜ ਹਜੇ ਤੱਕ ਸਲਾਮਤ ਖੜਾ ਹੈ। ਇਸ ਬੁਰਜ ਤੋਂ ਵਗਦੇ ਪਾਣੀ ਲਗਭਗ 200 ਫੁੱਟ ਹੇਠਾਂ ਨੂੰ ਹਨ। ਇਸ ਬੁਰਜ ਵਿੱਚੋਂ ਹੇਠਾਂ ਵਗਦੇ ਸੀਤਲ ਪਾਣੀਆਂ ਨੂੰ ਤੱਕੋ ਤੇ ਆਖੋ
ਝਾਤ ਸੋਹਣੀਏ ਤਾਂ ਸੋਹਣੀ ਰਾਵੀ ਦੀ ਝਾਤ ਕਲੇਜਾ ਠਾਰ ਦਿੰਦੀ ਹੈ। ਸਰਨਾਈਆਂ ਤੇ ਤਰਨ ਵਾਲੇ ਲੋਕੀ ਹੇਠਾਂ ਅਜਬ ਨਜ਼ਾਰਾ ਦਿਖਾਲਦੇ ਹਨ। ਪਾਰਲੇ ਪਾਸੇ ਪਹਾੜੀਆਂ ਤੋਂ ਸੁੰਦਰਤਾ ਦਾ ਅਨੋਖਾ ਝਲਕਾ ਵੱਜਦਾ ਹੈ। ਇਸ ਬੁਰਜ ਤੋਂ ਉਰੇ ਪੁਰਾਣੇ ਖੋਲੇ ਕੁਝ ਹੋਰ ਵੀ ਪਏ ਹਨ। ਧੰਨਵਾਦ।